ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸਵੈਮਾਨ ਸਿੰਘ ਪਖੂਕੇ। ਵੈਲਕਮ ਬੈਕ। ਇੱਕ ਹੋਰ ਐਪੀਸੋਡ ਰੋਡ ਟੂ ਮੈਡੀਸਨ। ਕਰੋਨਾ ਵਾਇਰਸ ਕਾਫੀ ਦੁਨੀਆ ਵਿੱਚ ਵੱਧ ਰਹੀ ਹੈ। ਆਲਮੋਸਟ 18 ਲੱਖ ਕੇਸਿਸ ਹੋ ਗਏ ਨੇ ਸਾਰੀ ਦੁਨੀਆ ਵਿੱਚ। ਇਕੱਲੇ ਅਮਰੀਕਾ ਵਿੱਚ 5 ਲੱਖ ਤੋਂ ਵੱਧ ਕੇਸਿਸ ਪਾਏ ਚੁੱਕੇ ਨੇ। ਦੁਨੀਆ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਜ਼ਿੰਦਗੀ ਗਵਾ ਲਈ ਆ ਕਰੋਨਾ ਵਾਇਰਸ ਦੇ ਕਰਕੇ। ਐਂਡ ਇੰਡੀਆ ਵਿੱਚ ਵੀ ਕਾਫੀ ਕੇਸਿਸ ਵੱਧ ਰਹੇ ਨੇ। ਸੋ ਜਿੱਦਾਂ ਕਿ ਲੋਕ ਕਹਿੰਦੇ ਸੀ ਕਿ ਨਹੀਂ ਕੋਈ ਵਰੀ ਕਰਨ ਦੀ ਲੋੜ ਨਹੀਂ, ਜਾਂ ਇਹ ਕੋਈ ਨੋਰਮਲ ਹੀ ਫਲੂ ਆ। ਸ਼ੋਅ ਦੀ ਸ਼ੁਰੂਆਤ ਵਿੱਚ ਮੈਂ ਇਹੋ ਹੀ ਗੱਲ ਦੱਸਣਾ ਚਾਹੂੰਗਾ, ਫਿਰ ਉਹੀ ਆਪਣੀ ਗੱਲ ਰਿਪੀਟ ਕਰਨਾ ਚਾਹੂੰਗਾ ਕਿ ਫਲੂ ਦੇ ਲਈ ਵੈਕਸੀਨ ਵੀ ਆ, ਦਵਾਈਆਂ ਵੀ ਆ। ਇਹ ਚੀਜ਼ ਇੱਕ ਨਈ ਚੀਜ਼ ਆ, ਕੰਟੇਜੀਅਸ ਚੀਜ਼ ਆ। ਇਹਦੇ ਲਈ ਸਾਡੇ ਕੋਲ ਨਾ ਕੋਈ ਵੈਕਸੀਨ ਨਾ ਕੋਈ ਦਵਾਈ ਆ। ਸੋ ਪਲੀਜ਼ ਇੱਦਾਂ ਹੀ ਜਿੱਦਾਂ ਤੁਸੀਂ ਕਰ ਰਹੇ ਹੋ ਕੰਟੀਨਿਊ ਕਰੋ। ਜਿਹੜੀ ਅਵੇਅਰਨੈਸ ਹੈ ਉਹਨੂੰ ਸਪਰੈਡ ਕਰੋ, ਅਤੇ ਜਿੰਨਾ ਵੀ ਤੁਸੀਂ ਬਚ ਸਕਦੇ ਜੋ ਬਚੋ। ਸੋ ਫਿਰ ਦੂਜੀ ਗੱਲ, ਅੱਜ ਦੇ ਸ਼ੋਅ ਨੂੰ ਸ਼ੁਰੂ ਕਰਦੇ ਹੋਏ ਮੈਂ ਦੱਸਣਾ ਚਾਹੂੰਗਾ ਕਿ ਆਪਾਂ ਡਿਸਕਸ ਕਰਾਂਗੇ ਕੁਛ ਨਵੀਂ ਰਿਸਰਚ ਜਿਹੜੀ ਬਾਹਰ ਆਈ ਆ ਹਾਈਡਰੋਕਸੀ ਕਲੋਰੋਕੁਇਨ ਦੇ ਉੱਪਰ, ਔਰ ਜਿਹੜੇ ਆਪਣੇ ਫੇਸ ਮਾਸਕ ਆ ਉਹਨਾਂ ਦੇ ਉੱਪਰ। ਬਾਕੀ ਆਪਾਂ ਡਿਸਕਸ ਕਰਾਂਗੇ। ਕਾਫੀ ਲੋਕ ਕਹਿੰਦੇ ਨੇ ਕਿ ਜੀ ਲੋਕ ਜਿਹੜੇ ਮਰ ਰਹੇ ਨੇ, ਜਿਹੜੀ ਗਿਣਤੀ ਮਰਿਆਂ ਦੀ ਆ ਉਹ ਕਰੋਨਾ ਵਾਇਰਸ ਕਰਕੇ ਨਹੀਂ, ਕੋਈ ਹਾਰਟ ਅਟੈਕ ਨਾਲ ਮਾਰਿਆ ਉਹਨੂੰ ਵੀ ਕਹੀ ਜਾਂਦੇ ਆ ਕਿ ਕਰੋਨਾ ਵਾਇਰਸ ਕਰਕੇ ਮਰ ਗਿਆ, ਜਾਂ ਕੋਈ ਕਿਡਨੀ ਡਿਜ਼ੀਜ਼ ਆ। ਅਤੇ ਉਹਦੇ ਚੀਜ਼ ਉੱਪਰ ਆਪਾਂ ਥੋੜ੍ਹਾ ਜਿਹਾ ਚਾਨਣ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਲਾਸਟਲੀ ਆਪਾਂ ਡਿਸਕਸ ਕਰਾਂਗੇ ਆਪਣੀ ਸਿੱਖ ਹਿਸਟਰੀ ਨੂੰ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਦਾਂ ਜੇ ਆਪਾਂ ਆਪਣੀ ਹਿਸਟਰੀ ਨੂੰ ਵਾਪਸ ਲੈ ਕੇ ਜਾ ਸਕਦੇ, ਜੇ ਆਪਣੀ ਹਿਸਟਰੀ ਨੂੰ ਸਮਝੀਏ, ਸਿੱਖ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਤੇ ਕਿੱਦਾਂ ਆਪਣੇ ਇਤਿਹਾਸ ਵਿੱਚ ਹੀ ਐਸੀਆਂ ਚੀਜ਼ਾਂ ਆਪਾਂ ਨੂੰ ਪਾਈਆਂ ਜਾਣਗੀਆਂ ਕਿ ਜਿਹੜੀਆਂ ਆਪਾਂ ਨੂੰ ਦੱਸਦੀਆਂ ਕਿ ਆਪਾਂ ਇਹ ਵਾਇਰਸ ਨਾਲ ਕਿੱਦਾਂ ਲੜ ਸਕਦੇ ਹਾਂ, ਜਾਂ ਇਹਨਾਂ ਵਾਇਰਸਾਂ ਤੋਂ ਕਿੱਦਾਂ ਮੁਕਤੀ ਪਾ ਸਕਦੇ ਹਾਂ। ਸੋ ਸ਼ੋਅ ਨੂੰ ਸ਼ੁਰੂ ਕਰਦੇ ਹਾਂ। ਸੋ ਫਸਟ ਮੈਂ ਤੁਹਾਡੇ ਨਾਲ ਕੋਈ 2 ਚੀਜ਼ਾਂ ਐਸੀਆਂ ਡਿਸਕਸ ਕਰਨਾ ਚਾਹੁੰਦਾ ਜਿਹੜੀਆਂ ਕਿ ਇਹੋ ਹੀ ਹਫ਼ਤੇ ਹਜੇ ਕੱਲ੍ਹ ਹੀ 2 ਰਿਸਰਚ ਸਟੱਡੀਜ਼ ਮੈਨੂੰ ਪੜ੍ਹਨ ਨੂੰ ਮਿਲੀਆਂ, ਜਿਹੜੀਆਂ ਹੁਣੇ ਹੀ ਫਰੈਸ਼ ਆਈਆਂ। ਇੱਕ ਸਾਊਥ ਕੋਰੀਆ ਤੋਂ, ਇੱਕ ਅਮਰੀਕਾ ਤੋਂ। ਇੱਕ ਜਿਹੜੀ ਰਿਸਰਚ ਸਟੱਡੀ ਆ ਉਹ ਹਜੇ ਤੱਕ ਪਬਲਿਸ਼ ਵੀ ਨਹੀਂ ਹੋਈ, ਹਜੇ ਤੱਕ ਪੀਅਰ ਰਿਵਿਊ ਵਿੱਚ ਆ। ਮਤਲਬ ਕਿ ਹਜੇ ਤੱਕ ਉਹਨਾਂ ਨੇ ਹਜੇ ਡਾਟਾ ਹੀ ਕਲੈਕਟ ਕਰਕੇ ਸਬਮਿਟ ਹੀ ਕੀਤੀ ਆ। ਦੂਜੀ ਜਿਹੜੀ ਆ ਉਹ ਇੰਟਰਨਲ ਮੈਡੀਸਨ ਦੀ ਜਿਹੜੀ ਟੌਪ ਜਰਨਲ ਆ ਉਹਦੇ ਵਿੱਚ ਪਬਲਿਸ਼ ਹੋ ਚੁੱਕੀ ਆ। ਸੋ ਫਸਟ ਥਿੰਗ, ਜਿੱਦਾਂ ਕਿ ਤੁਹਾਨੂੰ ਪਤਾ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ 4 ਹਫ਼ਤੇ ਜਾਂ 5-6 ਹਫ਼ਤੇ ਹੋ ਗਏ ਆ, ਇੱਕ ਹਿਸਟੀਰੀਆ ਖੜਾ ਕੀਤਾ ਸੀ। ਇੱਕ ਗੱਲ ਕੀਤੀ ਸੀ ਕਿ ਹਾਈਡਰੋਕਸੀ ਕਲੋਰੋਕੁਇਨ, ਜਿੱਦਾਂ ਕਿ ਇਹ ਕੋਈ ਮੈਜੀਕਲ ਡਰੱਗ ਆ ਕਿ ਤੁਸੀਂ ਵਰੀ ਨਾ ਕਰੋ, ਇਕੋਨਮੀ ਨੂੰ ਚੱਲਣ ਦਿਓ, ਸਭ ਕੁਝ ਚੱਲਣ ਦਿਓ, ਇੱਕ ਡਰੱਗ ਹੈਗਾ ਜਿਹਨੇ ਤੁਹਾਡੀ ਜਾਨ ਬਚਾ ਦੇਣੀ ਆ। ਐਂਡ ਆਈ ਥਿੰਕ ਅਮਰੀਕਾ ਵਿੱਚ ਖਾਸ ਕਰਕੇ, ਜਾਂ ਬਾਕੀ ਦੇਸ਼ਾਂ, ਕਿਉਂਕਿ ਅਮਰੀਕਾ ਸਦਾ ਲੀਡ ਕਰਦਾ, ਜੋ ਅਮਰੀਕਾ ਕਰਦਾ ਦੂਜੇ ਦੇਸ਼ ਸੁਣਦੇ ਆ, ਅਤੇ ਸਦਾ ਹੀ ਪ੍ਰਧਾਨ ਮੰਤਰੀ ਜਿਹੜਾ ਅਮਰੀਕਾ ਦਾ ਹੁੰਦਾ ਉਹਨੂੰ ਦੁਨੀਆ ਫੋਲੋ ਕਰਦੀ ਆ। ਅਤੇ ਜਿੱਦਣ ਹੀ ਇਹ ਚੀਜ਼ ਨਿਊਜ਼ ਬਾਹਰ ਆਈ ਕਿ ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਇਹ ਚੀਜ਼ ਐਲਾਨ ਕੀਤੀ ਹੈ ਜੀ ਹਾਈਡਰੋਕਸੀ ਕਲੋਰੋਕੁਇਨ ਕੋਈ ਮੈਜਿਕ ਡਰੱਗ ਆ, ਅਤੇ ਦੁਨੀਆ ਵਿੱਚ ਉਸੇ ਵੇਲੇ ਹੀ ਇਹ ਡਰੱਗ ਬਹੁਤ ਜ਼ਿਆਦਾ ਤੇਜ਼ੀ ਨਾਲ ਵਿਕਣ ਲੱਗ ਪਿਆ। ਲੋਕਾਂ ਨੇ ਆਪਣੇ ਘਰਾਂ 'ਚ ਸਟੋਰ ਕਰ ਲਿਆ। ਅਤੇ ਇੱਥੋਂ ਤੱਕ ਕਿ ਹੁਣ ਪਿੱਛੇ ਜੇ 2-3 ਦਿਨ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਗੱਲ ਕੀਤੀ ਕਿ ਮੈਨੂੰ ਬਹੁਤ ਵੱਡੀ ਸ਼ਿਪਮੈਂਟ ਚਾਹੀਦੀ ਆ, ਇਹ ਦਵਾ ਦੀ, ਨਹੀਂ ਤੇ ਤੈਨੂੰ ਵੇਖ ਲਵਾਂਗੇ। ਅਤੇ ਉਹਦੇ ਜ਼ੋਰ ਵਿੱਚ ਇੰਡੀਆ ਨੇ ਉਹਨਾਂ ਨੂੰ ਕਾਫੀ ਦਵਾਈਆਂ ਦਿੱਤੀਆਂ ਵੀ। ਆਲਮੋਸਟ ਆਈ ਬਿਲੀਵ 3900 million ਆਈ ਬਿਲੀਵ ਟੈਬਲੇਟਸ ਵਰ ਗਿਵਨ, ਇਫ ਆਮ ਨਾਟ ਰੋਂਗ। ਅਤੇ ਤੁਸੀਂ ਉਹ ਸੋਚ ਸਕਦੇ ਹੋ ਕਿ ਕਿੰਨੇ ਜ਼ਿਆਦਾ ਡਾਲਰ ਦੀਆਂ ਜਾਂ ਕੋਈ ਉਹਨਾਂ ਦੀ ਸੈਟਲਮੈਂਟ ਹੋਈ ਹੋਊਗੀ ਉਹਦੇ ਉੱਪਰ। ਸੋ ਜਿਹੜੀ ਆ ਸਟੱਡੀ ਜਿਹੜੀ ਕਿ ਆਈ ਆ, ਹਜੇ ਹਫ਼ਤਾ ਜਾਂ ਮਹੀਨਾ ਲੱਗ ਸਕਦਾ, ਮਤਲਬ ਹਫ਼ਤਾ ਜਾਂ 2 ਹਫ਼ਤੇ ਲੱਗ ਸਕਦੇ ਆ ਪ੍ਰਿੰਟ ਵਿੱਚ ਆਉਂਦਿਆਂ। ਅਤੇ ਤੁਸੀਂ ਇਹਨੂੰ ਵੇਖੋਗੇ ਜਦੋਂ ਨਿਕਲੂਗੀ ਕਿ ਇਹ ਸਟੱਡੀ ਅਮਰੀਕਾ ਤੋਂ ਆਈ ਆ, ਜਿਹਨੇ ਸ਼ੋਅ ਕੀਤਾ ਕਿ ਨਾਟ ਜਸਟ ਕਿ ਹਾਈਡਰੋਕਸੀ ਕਲੋਰੋਕੁਇਨ ਕੰਮ ਨਹੀਂ ਕਰਦੀ, ਪਰ ਕਿ ਇਹਦੇ ਐਕਚੁਅਲੀ ਮਾੜੇ ਅਸਰ ਵੀ ਆ। ਸੋ ਜਿਹੜੇ ਲੋਕਾਂ ਨੂੰ ਹਾਈਡਰੋਕਸੀ ਕਲੋਰੋਕੁਇਨ ਦਿੱਤੀ ਗਈ ਸੀ ਇਸ ਸਟੱਡੀ ਵਿੱਚ, ਉਹਨਾਂ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਦਾ ਜਿਹੜਾ ਲੰਗ ਦਾ ਜਿਹੜਾ ਰੈਸਪੀਰੇਟਰੀ ਸਿਸਟਮ ਆ ਉਹ ਜ਼ਿਆਦਾ ਡਿਟੇਰੀਏਟ ਹੋਇਆ। ਮਤਲਬ ਕਿ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਅੱਗੇ ਨਾਲੋਂ ਜ਼ਿਆਦਾ ਵਰਸ ਹੋ ਗਈ। ਅਤੇ ਉਹਨਾਂ ਨੇ ਇਹ ਵੀ ਵੇਖਿਆ ਕਿ ਹਾਈਡਰੋਕਸੀ ਕਲੋਰੋਕੁਇਨ ਦੀ ਕੋਈ ਵੀ ਮੋਰਟੈਲਿਟੀ 'ਤੇ ਬੈਨੀਫਿਟ ਨਹੀਂ, ਮਤਲਬ ਕਿ ਇਹ ਮੌਤ ਤੋਂ ਨਹੀਂ ਬਚਾ ਰਹੀ ਲੋਕਾਂ ਨੂੰ। ਦੂਜੀ ਗੱਲ ਇਹ
ਸੋ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੋਈ ਗੇਮ ਚੇਂਜਰ ਸਟੱਡੀ ਸੀ, ਕਿਉਂਕਿ ਇਹਦੇ ਵਿੱਚ ਕਾਫੀ ਘੱਟ ਮਾਤਰਾ ਦੇ ਪੇਸ਼ੈਂਟ ਸੀ, ਪਰ ਉਹ ਜਿਹੜੀ ਸਟੱਡੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕੋਟ ਕਰਦੇ ਆ, ਉਹ ਤੇ ਇੱਕ ਵੈਲ ਡਨ ਸਟੱਡੀ ਵੀ ਨਹੀਂ ਸੀ। ਉਹਦੇ ਵਿੱਚ ਵੀ ਇਹ ਸਟੱਡੀ ਜਿੰਨੇ ਪੇਸ਼ੈਂਟ ਸੀ। ਸੋ ਆਈ ਥਿੰਕ ਇੱਕ ਨਵੀਂ ਚੀਜ਼ ਆ ਜਿਹੜੀ ਤੁਹਾਨੂੰ ਅਗਲੇ ਹਫ਼ਤੇ ਤੱਕ ਰੀਡ ਕਰਨ ਨੂੰ ਮਿਲੂਗੀ ਕਿ ਉਹ ਇਹੋ ਹੀ ਆ ਕਿ ਇਹ ਕੋਈ ਗੇਮ ਚੇਂਜਰ ਡਰੱਗ ਨਹੀਂ। ਕਿਉਂਕਿ ਮੈਂ ਕਾਫੀ ਆਪਣੇ ਫਰੈਂਡਸ ਜਿਹੜੇ ਡਾਕਟਰਸ ਆ, ਉਹਨਾਂ ਨਾਲ ਵੀ ਕੋਈ ICU ਦੇ ਡਾਇਰੈਕਟਰਸ ਆ, ਉਹਨਾਂ ਨਾਲ ਵੀ ਗੱਲਬਾਤ ਕੀਤੀ, ਪਰ ਕਦੀ ਵੀ ਕਿਸੇ ਵੱਲੋਂ ਵੀ ਕੋਈ ਪੋਜ਼ੀਟਿਵ ਰਿਸਪੌਂਸ ਨਹੀਂ ਅਜੇ ਤੱਕ ਮਿਲਿਆ ਕਿ ਹਾਂ ਯਾਰ ਕਿ ਇਹ ਡਰੱਗ ਨੇ ਤੇ ਜਿਹੜੇ ਵੀ ਪੇਸ਼ੈਂਟ ਲੈ ਰਿਹਾ ਉਹ ਬਚ ਰਿਹਾ ਵਾ, ਜਾਂ ਇਹ ਕੋਈ ਜਿੱਦਾਂ ਕਿ ਉਹ ਸਟੱਡੀ ਵਿੱਚ ਸ਼ੋਅ ਕੀਤਾ ਗਿਆ ਸੀ ਇਨੀਸ਼ੀਅਲੀ। ਸੋ ਮੈਂ ਜਿੱਦਾਂ ਕਿਹਾ ਕਿ ਇਹ ਸਟੱਡੀ ਹੁਣੇ ਹੀ ਬਾਹਰ ਆਈ ਆ, ਜਿਹੜੀ ਕਿ ਡਨ ਹੋਈ ਆ ਅਮਰੀਕਾ ਵਿੱਚ, ਤੇ ਆਉਣ ਵਾਲੇ ਹਫ਼ਤੇ ਜਾਂ 2 ਹਫ਼ਤਿਆਂ ਵਿੱਚ ਤੁਸੀਂ ਇਹਨੂੰ ਪ੍ਰਿੰਟ ਵਿੱਚ ਪਾਓਗੇ। ਬਾਕੀ ਜੋ ਵੱਡੀਆਂ ਗੱਲਾਂ ਇਸ ਡਰੱਗ ਦੇ ਉੱਪਰ ਜੋ ਰੋਂਗ ਚੀਜ਼ਾਂ ਹੋਈਆਂ ਕਿ ਜਿੱਦਾਂ ਫਾਲਸ ਹੋਪ ਕ੍ਰੀਏਟ ਹੋਈ, ਤੇ ਇਹ ਡਰੱਗ ਜਿੱਦਾਂ ਇੱਕ ਵਿਦਆਊਟ ਐਨੀ ਸਾਇੰਟੀਫਿਕਲ ਡਾਟਾ ਤੋਂ ਬਗੈਰ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਪ੍ਰਮੋਟ ਕੀਤਾ ਜਾਂ ਹੋਰ ਲੀਡਰਸ ਨੇ ਇਹਨੂੰ ਪ੍ਰਮੋਟ ਕੀਤਾ, ਇੱਕ ਹਿਸਟੇਰੀਆ ਕਾਜ਼ ਹੋਇਆ। ਤੇ ਉਹ ਤੋਂ ਵੱਡੀ ਗੱਲ ਕਿ 4-5 ਹਫ਼ਤੇ ਹੁਣ ਸਾਰੇ ਰਿਸੋਰਸਿਸ ਸਾਰੇ ਦੇਸ਼ ਦੇ ਜਿਹੜੇ ਕਹਿ ਲਓ ਕਿ ਵੱਡੀਆਂ ਸੰਸਥਾਵਾਂ ਵਾ ਉਹਨਾਂ ਦਾ ਧਿਆਨ ਇੱਧਰ ਗਿਆ। ਕਿੰਨੇ ਮਿਲੀਅਨ ਡਾਲਰਸ ਇਸ ਚੀਜ਼ ਵਿੱਚ ਸਪੈਂਡ ਹੋਏ। ਅਮਰੀਕਾ ਵਿੱਚੋਂ ਕੋਈ ਵੀ ਹਸਪੀਟਲ ਐਸਾ ਨਹੀਂ ਹੋਣਾ ਜਿੱਥੇ ਹਾਈਡਰੋਕਸੀਕਲੋਰੋਕੁਇਨ ਇਸ ਵੇਲੇ ਨਹੀਂ ਯੂਜ਼ ਹੋ ਰਹੀ ਐਜ਼ ਦਾ ਇਨੀਸ਼ੀਅਲ ਟਰੀਟਮੈਂਟ ਫੋਰ ਜਿਨ੍ਹਾਂ ਦੇ ਮੋਡਰੇਟ ਸਿੰਪਟਮਸ ਪਾਏ ਜਾ ਰਹੇ ਨੇ। ਸੋ ਜੇ ਐਸੀਆਂ ਸਟੱਡੀਆਂ ਹੁਣ ਆਉਣ ਲੱਗ ਪਈਆਂ ਅਗਲੇ ਕੁਝ ਹਫ਼ਤਿਆਂ 'ਚ ਦਿਨਾਂ 'ਚ, ਤੇ ਤੁਸੀਂ ਇਹੋ ਹੀ ਸੋਚੋਗੇ ਕਿ ਕਿੰਨਾ ਪੈਸਾ ਕਿੰਨੀ ਐਨਰਜੀ ਅਸੀਂ ਵੇਸਟ ਕੀਤੀ ਐਸੀ ਚੀਜ਼ ਉੱਪਰ ਜਿਹਦਾ ਕੋਈ ਵੀ ਸ਼ਾਇਦ ਕਰੋਨਾ ਵਾਇਰਸ ਨਾਲ ਲੈਣਾ ਦੇਣਾ ਵੀ ਨਾ ਹੋਵੇ। ਐਂਡ ਮੋਰ ਓਵਰ ਪ੍ਰੈਜ਼ੀਡੈਂਟ ਟਰੰਪ ਦਾ ਮੈਨੂੰ ਅਜੇ ਤੱਕ ਇਹ ਬਿਆਨ ਯਾਦ ਆਉਂਦਾ ਕਿ ਯਾਰ ਵਟ ਡੂ ਵੀ ਹੈਵ ਟੂ ਲੂਜ਼, ਕਿ ਆਪਣਾ ਕਿਹੜਾ ਕੁਛ ਜਾਂਦਾ ਕਿ ਜੇ ਡਰੱਗ ਦੇ ਵੀ ਦਿੱਤਾ ਕਿਸੇ ਨੂੰ। ਤੇ ਇਹ ਸਟੱਡੀ ਵਿੱਚੋਂ ਤੇ ਦੂਜੀਆਂ ਸਟੱਡੀਆਂ ਵਿੱਚੋਂ ਇਹੋ ਹੀ ਪਾਇਆ ਜਾ ਰਿਹਾ ਕਿ ਸ਼ਾਇਦ ਨਾਟ ਜਸਟ ਕਿ ਇਹਦਾ ਕੁਛ ਲੈਣ ਦੇਣ ਨਹੀਂ ਹੈਗਾ ਕਿ ਇਹ ਇਨਕਰੀਜ਼ ਮੋਰਟੈਲਿਟੀ ਕਰਦੀਆਂ, ਕਿ ਲੋਕਾਂ ਨੂੰ ਛੇਤੀ ਮਾਰ ਦਿੰਦੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਨਾ। ਹੁਣ ਤੁਸੀਂ ਆਪੇ ਹੀ ਸੋਚੋ ਕਿ ਕਿੰਨੀ ਜ਼ਿਆਦਾ ਡੈਮੇਜ ਇਹ ਚੀਜ਼ ਨੇ ਸ਼ਾਇਦ ਕੀਤਾ ਹੋਊਗਾ ਇਹ ਦੁਨੀਆ ਵਿੱਚ, ਕਿੰਨੇ ਲੋਕ ਸ਼ਾਇਦ ਮਾਰ ਦਿੱਤੇ ਹੋਣਗੇ। ਮੈਨੂੰ ਅਜੇ ਤੱਕ ਰਿਪੋਰਟਾਂ ਯਾਦ ਆ ਰਹੀਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਦਾ ਬਿਆਨ ਹੀ ਆਇਆ ਸੀ, ਕਈ ਲੋਕਾਂ ਨੇ ਉਹ ਸ਼ੁਰੂ ਕਰਤੀ ਘਰੇ ਲੈਣੀ ਇਹ ਡਰੱਗ। ਆਈ ਥਿੰਕ ਨਾਈਜੀਰੀਆ ਵਿੱਚ ਹੀ ਜਿੱਥੇ ਇੱਕ ਜਣੇ ਦੀ ਮੌਤ ਹੋਈ ਇੱਦਾਂ ਹੀ ਕਲੋਰੋਕੁਇਨ ਉਹ ਫਿਸ਼ ਟੈਂਕਸ ਵਿੱਚ ਪਾਉਣ ਵਾਲੀ ਕਿਸੇ ਨੇ ਐਰੀਜ਼ੋਨਾ ਵਿੱਚ ਪੀ ਲਿਆ ਸੀ ਕਿ ਮੈਂ ਸ਼ਾਇਦ ਕਰੋਨਾ ਤੋਂ ਬਚ ਜਾਵਾਂ। ਸੋ ਆਈ ਡੋਂਟ ਨੋ ਕੋਈ ਕੇਸ ਬਣਦਾ ਜਾਂ ਕੁਛ ਬਣਦਾ, ਪਰ ਜੇ ਸਟੱਡੀਜ਼ ਆਉਂਦੀਆਂ, ਬਿਕੋਜ਼ ਜੇ ਅਣਜਾਣ ਬੰਦਾ ਇਹ ਗੱਲ ਕਰਦਾ ਉਹਨੂੰ ਕਹਿੰਦੇ ਕਿ ਚਲੋ ਇਹਨੂੰ ਪਤਾ ਨਹੀਂ ਸੀ, ਪਰ ਜੇ ਕੋਈ ਬੰਦਾ ਐਸਾ ਜਿਹਨੂੰ ਸਾਰਿਆਂ ਨੇ ਦੱਸਿਆ ਹੋਵੇ, ਇੱਥੋਂ ਕਿ NIH ਦੇ ਹੈੱਡ ਨੇ ਉਹਨੂੰ ਦੱਸਿਆ ਹੋਵੇ ਕਿ ਨਹੀਂ ਯਾਰ ਹਜੇ ਸਾਇੰਟੀਫਿਕ ਡਾਟਾ ਇਹਨੂੰ ਪ੍ਰੂਵ ਨਹੀਂ ਕਰ ਰਿਹਾ, ਉਹਨੇ ਫਿਰ ਵੀ ਇਹ ਚੀਜ਼ ਨੂੰ ਪੁਸ਼ ਕੀਤਾ ਸੀ ਉਸ ਟਾਈਮ 'ਤੇ। ਸੋ ਆਈ ਥਿੰਕ ਬਾਕੀ ਗੱਲਾਂ ਤੋਂ ਵੱਧ ਇਹ 'ਤੇ ਸ਼ਾਇਦ ਕ੍ਰਿਮੀਨਲ ਕੇਸ ਵੀ ਬਣ ਸਕਦਾ ਕਿ ਜੇ ਵਾਕਈ ਇਹ ਡਰੱਗ ਪ੍ਰੂਵ ਨਹੀਂ ਹੁੰਦਾ ਕਿ ਇਹ ਰਾਈਟ ਮੈਡੀਕੇਸ਼ਨ ਆ ਇਸ ਬਿਮਾਰੀ ਦੇ ਲਈ। ਸੋ ਇਸ ਤਰ੍ਹਾਂ ਹੀ ਜਿੱਦਾਂ ਕਿ ਇਹ ਇੱਕ ਵੱਡੀ ਪ੍ਰੋਬਲਮ ਹੈ ਕਿ ਗਲਤ ਦਵਾਈ ਦੇਣਾ। ਦੂਜੀ ਗੱਲ ਇੱਕ ਹੋਰ ਜਿਹੜੀ ਆ ਉਹ ਰੀਸੋਰਸਿਸ ਦੇ ਉੱਪਰ ਆਉਂਦੀ ਆ ਕਿ ਜਿਹੜੇ ਰੀਸੋਰਸਿਸ ਹੁਣ ਤੁਸੀਂ ਪਾਕਿਸਤਾਨ 'ਚ ਵੇਖਿਆ ਹੋਊਗਾ, ਬਲੋਚਿਸਤਾਨ ਵਿੱਚ ਡਾਕਟਰਸ ਨੇ ਸਟ੍ਰਾਈਕ ਕਰਤੀ ਕਿ PPEs ਨਹੀਂ ਉਹਨਾਂ ਨੂੰ ਮਿਲ ਰਹੀਆਂ, PPEs ਨਹੀਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ, ਅਤੇ ਉਹਦੇ ਉੱਪਰ ਵਿਚਾਰਿਆਂ ਨੂੰ ਕੁੱਟਿਆ ਵੀ ਗਿਆ। ਹੁਣ ਆਪਣੇ ਦੇਸ਼ ਵਿੱਚ ਬੜੀ ਵਾਰੀ ਇਹ ਸੁਣਨ ਨੂੰ ਮਿਲਦਾ ਕਿ ਯਾਰ ਕੋਈ ਨਹੀਂ 1 ਲੱਖ 2 ਲੱਖ ਬੰਦਾ ਮਰ ਵੀ ਜਾਊਗਾ ਅਤੇ ਕੋਈ ਗੱਲ ਨਹੀਂ, ਇੰਨੀ ਕੋਈ ਗੱਲ ਨਹੀਂ, ਇਕੋਨਮੀ ਕਲੋਜ਼ ਕਰਨ ਦੀ। ਆਪਾਂ ਨੂੰ ਅਮਰੀਕਾ ਵਿੱਚ ਇਹ ਗੱਲ ਸੋਚਣ ਦੀ ਬਹੁਤ ਜ਼ਰੂਰਤ ਆ ਕਿ ਜਦੋਂ ਇੱਕ ਦੁਨੀਆ ਵਿੱਚ ਜਿਹੜੀ ਸਪਲਾਈ ਆ ਨਾ ਉਹਦੀ ਇੱਕ ਲਿਮਿਟ ਆ ਅਤੇ ਸਾਰੀ ਦੁਨੀਆ ਕਨੈਕਟਿਡ ਆ। ਅਤੇ ਜੇ ਅਮਰੀਕਾ ਜਿਹੜਾ ਸਟਰੋਂਗ ਰਿਚ ਕੰਟਰੀ ਆ ਉਹਨੇ ਸਾਰੀ ਸਪਲਾਈ ਖਿੱਚ ਲਈ ਦੁਨੀਆ ਦੀ, ਅਤੇ ਦੁਨੀਆ ਦੇ ਵਿੱਚ ਜਿਹੜੀ ਇਹ ਮਹਾਂਮਾਰੀ ਕਦੀ ਖਤਮ ਹੋ ਨਹੀਂ ਸਕਦੀ। ਹੁਣ ਪਾਕਿਸਤਾਨ ਵਰਗੇ ਦੇਸ਼ ਜਾਂ ਅਫਰੀਕਨ ਕੰਟਰੀਜ਼ ਬਹੁਤ ਜ਼ਿਆਦਾ ਸਟਰਗਲ ਕਰਨਗੇ ਕਿਉਂਕਿ ਅਮਰੀਕਾ ਜਿਹੜਾ ਜਾਇੰਟ ਹੈ, ਜੇ ਸਾਡੇ ਕੇਸਿਸ 5 ਲੱਖ 6 ਲੱਖ ਹੋ ਜਾਂਦੇ ਆ, ਤੁਸੀਂ ਆਪੇ ਹੀ ਸੋਚੋ ਕਿ ਕਿੱਦਾਂ ਆਪਾਂ ਮੈਡੀਕੇਸ਼ਨਸ ਦੁਨੀਆ ਦੀਆਂ ਪੁਸ਼ ਕਰ ਲੈਣੀਆਂ ਆਪਣੇ ਵੱਲ, ਕਿੱਦਾਂ ਆਪਾਂ ਮੈਡੀਕਲ ਇਕੁਇਪਮੈਂਟ ਆਪਣੇ ਵੱਲ ਪੁਸ਼ ਕਰ ਲੈਣੀ, ਅਤੇ ਬਾਕੀ ਦੇਸ਼ਾਂ ਦਾ ਕੀ ਬਣੂਗਾ। ਸੋ ਇਹ ਸੀ ਪਹਿਲੀ ਸਟੱਡੀ ਜਿਹੜੀ ਕਿ ਹਾਈਡਰੋਕਸੀਕਲੋਰੋਕੁਇਨ 'ਤੇ ਆਈ, ਜਿਹੜੀ ਕਿ ਟੋਟਲੀ ਫੇਲ ਕਰਦੀ ਹੈ ਇਸ ਡਰੱਗ ਨੂੰ। ਦੂਜੀ ਵੱਡੀ ਸਟੱਡੀ ਜਿਹੜੀ ਅਗਲੇ ਹਫ਼ਤੇ ਆਈ ਆ ਉਹ ਕੱਲ੍ਹ ਹੀ ਐਕਚੁਅਲੀ ਰਿਲੀਜ਼ ਹੋਈ ਸੀ, ਉਹ ਸੀ ਮਾਸਕ ਦੇ ਉੱਪਰ। ਹੁਣ ਤੁਸੀਂ ਵੇਖ ਰਹੇ ਜੋ ਕਿ ਇੰਡੀਆ ਵਿੱਚ ਔਰ ਬਾਕੀ ਦੇਸ਼ਾਂ ਵਿੱਚ ਵੀ, ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਜੇ ਹੋਰ ਨਹੀਂ ਕੁਛ ਤੁਹਾਨੂੰ ਮਾਸਕ ਲੱਭਦਾ, ਸਰਜੀਕਲ ਮਾਸਕ ਨਹੀਂ ਲੱਭਦਾ, ਅਤੇ ਤੁਸੀਂ ਕੱਪੜੇ ਦੇ ਮਾਸਕ ਬਣਾਉਣੇ ਸ਼ੁਰੂ ਕਰ ਦਿਓ। ਸੋ ਡਾਕਟਰਾਂ ਨੂੰ ਤਾਂ ਪਹਿਲੀ ਗੱਲ ਪਹਿਲਾਂ ਹੀ ਪਤਾ ਸੀ ਕਿਉਂਕਿ ਪਹਿਲਾਂ ਵੀ ਇਹ ਸਟੱਡੀਜ਼ ਬਾਹਰ ਆਈਆਂ ਨੇ, ਅਤੇ ਅਸੀਂ ਵੀ ਆਪਣੇ ਸ਼ੋਅ 'ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਮਾਸਕ ਨਹੀਂ ਕੰਮ ਕਰਦੇ। ਸੋ ਇਹ ਸਟੱਡੀ ਜਿਹੜੀ ਸੀ ਉਹ ਕੋਰੀਆ ਵਿੱਚੋਂ ਆਈ, ਜਿੱਥੇ ਕਿ ਉਹਨਾਂ ਨੇ ਕਾਟਨ ਦੇ ਮਾਸਕ ਬਣਾਏ ਡਬਲ ਲੇਅਰ,
ਇਹ ਵੀ ਨਹੀਂ ਸਿੰਗਲ ਲੇਅਰ, ਡਬਲ ਲੇਅਰ ਮਾਸਕ ਬਣਾਏ ਤੇ ਪੇਸ਼ੈਂਟਸ ਨੂੰ ਦਿੱਤੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਸੀ। ਤੇ ਫਿਰ ਉਹਨਾਂ ਨੇ ਉਹ ਮਾਸਕ ਉਹਨਾਂ ਦੇ ਪਾ ਕੇ, ਸੋ ਦੇ ਟੈਸਟਡ ਕਾਟਨ ਮਾਸਕਸ, ਨਾਲ ਉਹਨਾਂ ਨੇ ਸਰਜੀਕਲ ਮਾਸਕਸ ਵੀ ਟੈਸਟ ਕੀਤੇ। ਤੇ ਉਹਨਾਂ ਨੇ ਪੇਸ਼ੈਂਟਸ ਨੂੰ ਕਿਹਾ ਕਿ ਤੁਸੀਂ ਖੰਘੋ, ਇੱਕ ਵਾਰੀ ਖੰਘਣਾ ਪੀਟਰੀ ਡਿਸ਼ ਦੇ ਉੱਪਰ, ਅੱਗੇ ਪੀਟਰੀ ਡਿਸ਼ ਰੱਖਤੀ ਤਾਂ ਉਹਨੂੰ ਖੰਘਣ ਲਈ ਕਿਹਾ ਇੱਕ ਵਾਰੀ। ਤੇ ਉਹਨਾਂ ਨੇ ਇਹ ਗੱਲ ਵੇਖੀ ਕਿ ਜਦੋਂ ਉਹ ਖੰਘੇ ਤੇ ਉਹ ਜਿਹੜੀ ਵਾਇਰਸ ਆ ਉਹ ਉੱਦਾਂ ਹੀ ਬਾਹਰ ਆ ਕੇ ਪੀਟਰੀ ਡਿਸ਼ ਦੇ ਉੱਪਰ ਗਰੋ ਕੀਤੀ। ਸੋ ਇਹ ਮੇਰੇ ਕਹਿਣ ਦਾ ਮਤਲਬ ਕਿ ਨਾ ਸਰਜੀਕਲ ਮਾਸਕਸ ਤੇ ਨਾ ਬੈਂਡੇਜ, ਤੇ ਦੂਰ ਦੀ ਗੱਲ ਆ ਜਿਹੜੇ ਹੁਣ ਆਪਾਂ ਪੱਗਾਂ ਨਾਲ ਬਣਾਉਂਦੇ ਆ ਜਾਂ ਕਿੱਦਾਂ ਆਪਾਂ ਬਣਾ ਰਹੇ ਆ ਨਵੀਆਂ ਟੈਕਨੀਕਾਂ ਦੇ ਨਾਲ, ਠੀਕ ਆ। ਜੇ ਤੁਸੀਂ ਕਾਮਨ ਮੈਨ ਜੋ ਤੁਹਾਡੇ ਕੋਲ ਹੋਰ ਕੁਛ ਨਹੀਂ ਹੈਗਾ, ਤੁਸੀਂ ਵੇਅਰ ਕਰ ਸਕਦੇ ਜੋ ਮਾਸਕ, ਤੇ ਉਹ ਵੀ ਪ੍ਰੋਪਰਲੀ ਪਿੱਛੋਂ ਟੱਚ ਕਰੋ। ਕਿਉਂਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਟੱਡੀ ਦੀ, ਉਹ ਸਟੱਡੀ ਨੇ ਉਹਨਾਂ ਨੇ ਸਵਾਬ ਕੀਤਾ ਬਾਅਦ ਚੋਂ, ਜਦੋਂ ਉਹਨਾਂ ਨੇ ਪੇਸ਼ੈਂਟਸ ਨੇ ਕਾਫ ਕੀਤਾ ਜਾਂ ਖੰਘੇ, ਉਹ ਤੋਂ ਬਾਅਦ ਉਹਨਾਂ ਨੇ ਨਾ ਬਾਹਰਲੇ ਬੰਨੇ ਮਾਸਕ ਦੇ ਸਵਾਬ ਕਰਕੇ ਵੀ ਵੇਖਿਆ ਕਿਤੇ ਵਾਇਰਸ ਉੱਥੇ ਤੇ ਨਹੀਂ ਲੱਗੀ। ਤੇ ਉਹਨਾਂ ਨੇ, ਤੁਸੀਂ ਜਾਣੋਗੇ ਕਿ ਉਹਨਾਂ ਨੇ ਇਹ ਵੀ ਪਾਇਆ ਕਿ ਮਾਸਕ ਦੇ ਬਾਹਰਲੇ ਬੰਨੇ ਵੀ ਵਾਇਰਸ ਲੱਗੀ ਸੀ। ਸੋ ਕਈ ਵਾਰੀ ਆਪਾਂ ਮਾਸਕ ਤੇ ਪਾ ਲੈਂਦੇ, ਆਪਾਂ ਇੱਦਾਂ ਕਰਕੇ ਟੱਚ ਕਰਕੇ ਥੱਲੇ ਕਰ ਲੈਂਦੇ ਆ, ਉਹ ਸਾਰੇ ਜਿਹੜੀ ਵਾਇਰਸ ਆ ਉਹ ਤੇ ਤੁਹਾਡੇ ਹੱਥਾਂ ਨੂੰ ਲੱਗ ਗਈ। ਸੋ ਪਲੀਜ਼ ਬੀ ਅਵੇਅਰ, ਇਹ ਸਟੱਡੀ ਤੋਂ ਦੋ ਚੀਜ਼ਾਂ ਬਾਹਰ ਰਹੀਆਂ। ਇੱਕ ਕਿ ਜਿਹੜੀ ਮਾਸਕਸ ਨੇ ਉਹ N95 ਹੀ ਆ, ਇੱਕ ਮਾਸਕ ਜਿਹੜਾ ਸ਼ਾਇਦ ਇਹ ਵਾਇਰਸ ਨੂੰ ਅੱਗੇ ਸਪਰੈਡ ਹੋਣ ਤੋਂ ਰੋਕਦਾ। ਤੇ ਦੂਜੀ ਗੱਲ ਇਹ ਕਿ ਜਿਹੜੇ ਕਾਟਨ ਮਾਸਕ ਆ ਜਾਂ ਸਰਜੀਕਲ ਮਾਸਕ ਆ ਉਹ ਖਾਸ ਕਰਕੇ ਡਾਕਟਰਾਂ ਨੂੰ, ਮੈਡੀਕਲ ਸਟਾਫ ਨੂੰ ਨਹੀਂ ਦੇਣੇ ਚਾਹੀਦੇ। ਸੋ ਇਹ ਮੈਂ ਅਗੇਨ ਕਲੀਅਰ ਕਰਨਾ ਚਾਹੁੰਦਾ, ਕਿਉਂਕਿ ਇਹ ਆਪਣਾ ਕੀ ਕਈ ਵਾਰੀ ਵੇਖਿਆ ਜਾਂਦਾ ਆਪਾਂ ਮਾਸਕ ਤੇ ਪਾ ਲੈਂਦੇ ਆ ਤੇ ਬਾਅਦ ਵਿੱਚ ਆਪਾਂ ਨੂੰ ਲੱਗਦਾ ਕਿ ਆਪਾਂ ਪ੍ਰੋਟੈਕਟਡ ਆ। ਖਾਸ ਕਰਕੇ ਜਿਹੜੇ ਅਨਪੜ੍ਹ ਲੋਕ ਆ ਜਾਂ ਵਿਚਾਰੇ ਘੱਟ ਪੜ੍ਹੇ ਲਿਖੇ ਆ, ਪਿੰਡਾਂ ਦੇ ਲੋਕ ਆ, ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਕੁਛ ਵੀ ਜਾ ਸਕਦੇ ਹਾਂ, ਕਿਤੇ ਹਿਲ ਜੁਲ ਸਕਦੇ ਆ। ਬਟ ਇਹ ਸਟੱਡੀ ਕਰਕੇ ਤੁਹਾਨੂੰ ਹੁਣ ਸ਼ੋਰ ਹੋਣਾ ਚਾਹੀਦਾ ਕਿ ਅਸੀਂ ਨਹੀਂ ਪ੍ਰੋਟੈਕਟਡ, ਨਾ ਅਸੀਂ ਪ੍ਰੋਟੈਕਟਡ ਹੈ ਜਿਨ੍ਹਾਂ ਨੇ ਮਾਸਕ ਪਾਇਆ, ਨਾ ਹੀ ਦੂਸਰਾ ਪ੍ਰੋਟੈਕਟਡ ਹੈ ਜਿਹੜਾ ਤੁਹਾਡੇ ਅੱਗੇ ਖਲੋਤਾ। ਜੇ ਤੁਹਾਨੂੰ ਕਰੋਨਾ ਵਾਇਰਸ ਹੈ ਤੇ ਤੁਸੀਂ ਖੰਘਦੇ ਜੋ ਤੇ ਤੁਸੀਂ ਉਹਨੂੰ ਓਨਾ ਹੀ ਚਾਂਸ ਹੈ ਕਿ ਤੁਸੀਂ ਉਹਨਾਂ ਨੂੰ ਇਨਫੈਕਟ ਕਰ ਸਕਦੇ ਜੋ। ਸੋ ਪਲੀਜ਼ ਮੈਂ ਇਹ ਦੋ ਰეკਮੈਂਡੇਸ਼ਨ ਜਾਂ ਜਿਹੜੀਆਂ ਨਵੀਆਂ ਸਟੱਡੀਜ਼ ਆਈਆਂ ਤੁਹਾਨੂੰ ਕਹੂੰਗਾ ਕਿ ਜੇ ਤੁਸੀਂ ਮੈਡੀਕਲ ਪ੍ਰੋਫੈਸ਼ਨ ਵਿੱਚ ਤੁਸੀਂ ਵੀ ਇਹਨਾਂ ਨੂੰ ਜ਼ਰੂਰ ਪੜ੍ਹਿਓ ਤੇ ਲੋਕਾਂ ਨੂੰ ਵੀ ਅਵੇਅਰ ਕਰਿਓ ਇਹ ਦੋਵਾਂ ਸਟੱਡੀਜ਼ ਦੇ ਉੱਪਰ। ਅਗੇਨ ਜੇ ਤੁਸੀਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹੋ ਤੇ ਆਈ ਥਿੰਕ ਤੁਹਾਨੂੰ ਆਪਣੇ ਹਸਪੀਟਲਸ ਨੂੰ ਜ਼ੋਰ ਲਾ ਕੇ ਕਹਿਣਾ ਚਾਹੀਦਾ ਕਿ ਤੁਹਾਨੂੰ N95 ਮਾਸਕ ਹੀ ਚਾਹੀਦੇ ਆ, ਕਿਉਂਕਿ ਦੂਜੇ ਮਾਸਕ ਨੇ ਤੁਹਾਨੂੰ ਪ੍ਰੋਟੈਕਟ ਨਹੀਂ ਕਰਨਾ, ਸਪੈਸ਼ਲੀ ਜਿਹੜੇ ਲੋਕ ਐਸੇ ਨੇ ਜਿਹੜੇ ਕੋਵਿਡ ਪੇਸ਼ੈਂਟਸ ਨੂੰ ਵੇਖ ਰਹੇ ਨੇ। ਸੋ ਇੰਨਾ ਹੀ ਇਹਨਾਂ ਸਟੱਡੀਜ਼ ਦੇ ਉੱਪਰ ਕਾਫੀ ਗੱਲਬਾਤ ਹੋ ਗਈ ਆ। ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਅੱਗੇ ਗੱਲਬਾਤ। ਵੈਲਕਮ ਬੈਕ। ਸੋ ਆਪਾਂ ਗੱਲ ਕਰ ਰਹੇ ਸੀ ਰਿਸਰਚ ਸਟੱਡੀਜ਼ ਦੀ। ਮੈਂ ਤੁਹਾਨੂੰ ਦੱਸਦਾ ਕਿ ਸਾਇੰਸ ਜਿਹੜੀ ਆ ਉਹ ਸਦਾ ਹੀ ਸਾਇੰਟੀਫਿਕ ਜਿਹੜਾ ਨੌਲੇਜ ਆ, ਪ੍ਰੂਵਨ ਡਾਟਾ ਉੱਤੇ ਹੀ ਸਦਾ ਅਮਲ ਕਰਦੀ ਆ, ਬਿਲੀਵ ਕਰਦੀ ਆ। ਅਸੀਂ ਕਦੀ ਵੀ ਕਿਉਂ ਨਹੀਂ ਕਿ ਅਸੀਂ ਵੀ ਪੂੜੀਆਂ ਦੇਣ ਲੱਗ ਪਈਏ ਜਾਂ ਐਵੇਂ ਕੋਈ ਹਲਦੀ ਗਾਰਲਿਕ ਕਿਉਂ ਨਹੀਂ ਭਲਾ ਅਸੀਂ ਰეკਮੈਂਡ ਕਰਦੇ, ਕਿਉਂਕਿ ਅਸੀਂ ਆਪਣੇ ਪੇਸ਼ੈਂਟਸ ਦਾ ਕੌਨਫੀਡੈਂਸ ਨਹੀਂ ਲੂਜ਼ ਕਰ ਸਕਦੇ। ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ ਉਹਦੇ ਪਿੱਛੇ ਸਾਇੰਟੀਫਿਕ ਡਾਟਾ ਜ਼ਰੂਰ ਵੇਖਦੇ ਹਾਂ, ਕਿਉਂਕਿ ਜੇ ਕੋਈ ਚੀਜ਼ ਸ਼ਾਇਦ ਉਹ ਅਸਰ ਕਰਦੀ ਹੋਵੇ, ਗੁੱਡ ਅਸਰ ਕਰਦੀ ਹੋਵੇ, ਪਰ ਜੇ ਜ਼ਿਆਦਾ ਉਹ ਸਾਈਡ ਇਫੈਕਟ ਜ਼ਿਆਦਾ ਦਿਖਾ ਰਹੀ ਆ ਤੇ ਅਸੀਂ ਉਹਨੂੰ ਰეკਮੈਂਡ ਨਹੀਂ ਕਰਦੇ। ਸੋ ਚਲੋ ਅੱਗੇ ਗੱਲ ਕਰਦੇ ਹਾਂ। ਹੁਣ ਬਹੁਤ ਜ਼ਿਆਦਾ ਮੈਨੂੰ ਸੋਸ਼ਲ ਮੀਡੀਆ ਤੇ ਵੀ ਬੜਾ ਦੁੱਖ ਹੁੰਦਾ ਜਦੋਂ ਕੋਈ ਐਸਾ ਕਲਿੱਪ ਆ ਜਾਂਦਾ ਤੇ ਆਪਣੇ ਨੂੰ ਡਾਕਟਰ ਕਹਿੰਦਾ ਹੁੰਦਾ ਕੋਈ ਬੰਦਾ, ਤੇ ਉਹ ਕਹਿੰਦਾ ਅੱਗਿਓਂ ਕਿ ਵੇਖੋ ਜੀ ਇਹ ਕਰੋਨਾ ਵਾਇਰਸ ਤੋਂ ਨਹੀਂ ਲੋਕ ਮਰ ਰਹੇ, ਕੋਈ ਹਾਰਟ ਅਟੈਕ ਤੋਂ ਮਾਰਿਆ ਜੀ, ਕੋਈ ਕਿਡਨੀ ਡਿਜ਼ੀਜ਼ ਤੋਂ ਮਰ ਰਿਹਾ, ਇਹ ਵੋ, ਤੇ ਪਹਿਲਾਂ ਵੀ ਲੋਕ ਮਰਦੇ ਹੀ ਸੀ। ਪਹਿਲੀ ਗੱਲ ਤੇ ਮੈਂ ਇਹ ਦੱਸਦਾ ਕਿ ਅਮਰੀਕਾ ਵਿੱਚ ਤੇ ਸਾਰੀ ਦੁਨੀਆ ਵਿੱਚ ਇਸ ਵੇਲੇ ਲੋਕੀ ਬਹੁਤ ਘੱਟ ਹਸਪੀਟਲ 'ਚ ਜਾਂਦੇ ਆ। ਅਸੀਂ ਤੇ ਡਰੇ ਪਏ ਆ ਕਿ ਸ਼ਾਇਦ ਲੋਕੀ ਘਰੇ ਹੀ ਹਾਰਟ ਅਟੈਕ ਜਿਨ੍ਹਾਂ ਨੂੰ ਹੁੰਦਾ ਵਾ ਉਹ ਘਰੇ ਹੀ ਰਹੀ ਜਾਂਦੇ ਆ, ਜਿਨ੍ਹਾਂ ਨੂੰ ਹੋਰ ਪ੍ਰੋਬਲਮਸ ਆ ਰਹੀਆਂ ਉਹ ਹਸਪੀਟਲ ਹੀ ਨਹੀਂ ਜਾ ਰਹੇ ਡਰਦੇ, ਕਿਉਂਕਿ ਉਹਨਾਂ ਨੂੰ ਉਹ ਜਿਹੜੀ ਕਰੋਨਾ ਵਾਇਰਸ ਨਾਲ ਉੱਥੋਂ ਹੋ ਜਾਏ, ਕਿਉਂਕਿ ਬਹੁਤ ਹਸਪੀਟਲਾਂ ਵਿੱਚ ਇਸ ਵੇਲੇ ਭਰੇ ਪਏ ਹਸਪੀਟਲ ਕਰੋਨਾ ਦੇ ਪੇਸ਼ੈਂਟਸ ਦੇ ਨਾਲ। ਸੇ ਜਿਹੜਾ ਇਹ ਗੱਲ ਕਰਨੀ ਕਿ ਹਾਰਟ ਅਟੈਕ ਤੋਂ ਕੋਈ ਮਰਿਆ, ਹੁਣ ਮੈਂ ਕਲੀਅਰ ਗੱਲ ਕਰ ਦਿੰਦਾ ਕਿ ਕਿੱਦਾਂ ਕੋਈ ਹਾਰਟ ਅਟੈਕ ਤੋਂ ਮਰਦਾ ਪੇਸ਼ੈਂਟ ਜਿਹਨੂੰ ਕਰੋਨਾ ਵਾਇਰਸ ਹੁੰਦੀ ਆ। ਸੋ ਜਿਹੜਾ ਮਾਇਓਕਾਰਡੀਅਲ ਇਸਕੀਮੀਆ ਜਿਹਨੂੰ ਆਪਾਂ MI ਆਉਂਦੇ ਆ ਜਾਂ ਹਾਰਟ ਅਟੈਕ ਆਉਂਦੇ ਆ, ਉਹ ਕਦੋਂ ਹੁੰਦਾ? ਉਦੋਂ ਹੁੰਦਾ ਜਦੋਂ ਆਪਣੀ ਜਿਹੜੀ ਤੁਹਾਡੀ ਨਾ ਬੋਡੀ ਦੀ ਆਕਸੀਜਨ ਹੀ ਸਰੀਰ ਨੂੰ ਚਲਾਉਂਦੀ, ਆਕਸੀਜਨ ਹੀ ਜਿਹੜੀ ਚੀਜ਼ ਹੈ ਜਿਹੜੀ ਤੁਹਾਡੇ ਮਸਲਸ ਨੂੰ ਵਰਕ ਰੱਖਦੀ ਹੈ, ਜਿਹੜੇ ਤੁਹਾਨੂੰ ਕੈਮ ਰੱਖਦੀ ਆ, ਤੁਹਾਡੀ ਸਰੀਰ ਨੂੰ ਕੈਮ ਰੱਖਦੀ ਆ, ਜਿਹਦੇ ਨਾਲ ਤੁਹਾਡਾ ਸਰੀਰ એનર્ਜੀ ਬਣਾਉਂਦਾ। ਸੋ ਜੇ ਆਪਣੀ ਜਿਹੜੀ ਡਿਮਾਂਡ ਆ ਤੇ ਸਪਲਾਈ ਆ, ਜੇ ਸਪਲਾਈ ਘਟ ਜੇ ਜਾਂ ਡਿਮਾਂਡ ਜਿਹੜੀ ਆ ਉਹ ਵੱਧ ਜੇ
ਤੇ ਉਹ ਤੋਂ ਫਿਰ ਜਿਹੜਾ ਮਸਲ ਡੈਮੇਜ ਹੁੰਦਾ, ਤੇ ਹਾਰਟ ਵੀ ਜਿਹੜਾ ਤੁਹਾਡਾ ਇੱਕ ਮਸਲ ਆ। ਸੋ ਜਦੋਂ ਆਪਾਂ ਨੂੰ ਕੋਈ ਇਨਫੈਕਸ਼ਨ ਹੁੰਦੀ ਆ, ਉਦੋਂ ਕੁਝ ਚੀਜ਼ਾਂ ਹੁੰਦੀਆਂ ਜਿਹੜਾ ਤੁਹਾਡੇ ਸਰੀਰ ਦੀ ਕਹਿ ਲਓ ਕਿ ਸਪਲਾਈ ਆ ਉਹ ਘਟ ਜਾਂਦੀ ਆ, ਤੇ ਜਿਹੜੀ ਤੁਹਾਡੀ ਡਿਮਾਂਡ ਆ ਉਹ ਵੱਧ ਜਾਂਦੀ। ਉਹ ਕਿੱਦਾਂ? ਜਦੋਂ ਕੋਈ ਵੀ ਤੁਹਾਨੂੰ ਬੁਖਾਰ ਹੁੰਦਾ, ਕੋਈ ਇਨਫੈਕਸ਼ਨ ਹੁੰਦੀ ਆ, ਤੁਹਾਨੂੰ ਬੁਖਾਰ ਹੁੰਦਾ, ਜਦੋਂ ਬੁਖਾਰ ਹੁੰਦਾ ਤੇ ਨਾਲ ਹੀ ਤੁਹਾਡਾ ਦਿਲ ਦੀ ਧੜਕਣ ਵੱਧ ਜਾਂਦੀ ਆ। ਦਿਲ ਦੀ ਧੜਕਣ ਵਧੀ ਤੇ ਤੁਹਾਡੇ ਹਾਰਟ ਨੇ ਮਤਲਬ ਕਿ ਜ਼ਿਆਦਾ ਕੰਮ ਕਰਨਾ ਪੈ ਰਿਹਾ। ਜਦੋਂ ਹਾਰਟ ਨੂੰ ਵੀ ਇੱਦਾਂ ਹੀ ਆਕਸੀਜਨ ਚਾਹੀਦੀ ਆ, ਹਾਰਟ ਨੂੰ ਆਕਸੀਜਨ ਜ਼ਿਆਦਾ ਚਾਹੀਦੀ ਆ। ਫਿਰ ਕੀ ਹੁੰਦਾ? ਕੋਈ ਵੀ ਇਨਫੈਕਸ਼ਨ ਹੁੰਦੀ ਆ, ਉਹ ਇੱਕ ਤੁਹਾਡਾ ਬੋਡੀ ਦਾ ਇੱਕ ਇੰਟਰਨਲ ਸਿਸਟਮ ਆ ਕਿ ਤੁਹਾਡੀ ਜਿਹੜਾ ਸਰੀਰ ਆ ਉਹ ਇਨਫੈਕਸ਼ਨ ਨੂੰ ਫਾਈਟ ਕਰਦਾ। ਐਂਡ ਵਨ ਆਫ ਦਾ ਵੇਜ਼ ਕਿ ਤੁਹਾਡਾ ਸਰੀਰ ਇਨਫੈਕਸ਼ਨ ਨੂੰ ਫਾਈਟ ਕਰਦਾ, ਉਹ ਕਾਫੀ ਇੰਟਰਲੂਕਿਨਸ, ਇੰਟਰਫਿਊਰਨਸ ਐਂਡ these cytokines ਇੱਕ ਤਰ੍ਹਾਂ ਦੇ ਮੋਲੀਕਿਊਲਸ ਆ ਉਹ ਰਿਲੀਜ਼ ਕਰਦਾ ਤੁਹਾਡੇ ਸਰੀਰ ਵਿੱਚ, ਜਿਹੜੇ ਕਿ ਤੁਹਾਡੇ ਇਮਿਊਨ ਸਿਸਟਮ ਨੂੰ ਔਨ ਕਰ ਦਿੰਦੇ ਆ। ਬਟ ਸੈਡਲੀ ਜਾਂ ਚਲੋ ਕਈ ਵਾਰੀ ਤੇ ਪ੍ਰੀਜ਼ਰਵ ਕਰ ਲਈ એનર્ਜੀ, ਇਹ ਜਿਹੜਾ ਇੱਕ ਇਮਿਊਨ ਸਿਸਟਮ ਨੂੰ ਜਦੋਂ ਆਪਾਂ ਆਪਣੇ ਨੂੰ ਔਨ ਕਰਦੇ ਹਾਂ, ਐਕਟੀਵੇਟ ਕਰਦੇ ਹਾਂ, ਨਾਲ ਇੱਕ ਚੀਜ਼ ਆਪਾਂ ਹੋਰ ਕਰ ਦਿੰਦੇ ਉਹ ਆ ਕਿ ਬਲੱਡ ਪ੍ਰੈਸ਼ਰ ਡ੍ਰੌਪ ਹੋ ਜਾਂਦਾ। ਸੋ ਜਿਹੜਾ ਬਲੱਡ ਪ੍ਰੈਸ਼ਰ ਡ੍ਰੌਪ ਹੋਣਾ, ਉਹਦਾ ਤੁਸੀਂ ਸਮਝੋ ਕਿ ਜਿਹੜਾ ਤੁਹਾਡੀਆਂ ਔਰਗਨਸ ਆ, ਵਾਈਟਲ ਔਰਗਨਸ ਆ, ਕਿਡਨੀ, ਹਾਰਟ, ਬ੍ਰੇਨ ਆ, ਲਿਵਰ ਆ, ਉਹ ਸਾਰਿਆਂ ਨੂੰ ਫਿਰ ਖੂਨ ਘਟ ਜਾਂਦਾ। ਠੀਕ ਆ। ਸੋ ਜੇ ਕੋਈ ਨਾਰਮਲ ਬੰਦਾ 30 ਸਾਲ ਦਾ, 40 ਸਾਲ ਦਾ, 50 ਸਾਲ ਦਾ, ਉਹਨੂੰ ਤੇ ਕੋਈ ਗੱਲ ਨਹੀਂ, ਉਹ ਸਰਵਾਈਵ ਕਰੀ ਜਾਂਦਾ ਘੱਟ ਬਲੱਡ ਪ੍ਰੈਸ਼ਰ ਤੇ, ਕਿਉਂਕਿ ਉਹਦੀ ਔਰਗਨਸ ਕਾਫੀ ਤਕੜੀਆਂ ਹੁੰਦੀਆਂ। ਹੁਣ ਉਹੀ ਤੁਸੀਂ ਸੋਚੋ, ਨਾਲੇ ਔਨ ਟਾਪ ਜਿਹੜੀ ਜਿੱਦਾਂ ਕਿ ਕਰੋਨਾ ਵਾਇਰਸ ਆ, ਉਹ ਡਾਇਰੈਕਟਲੀ ਉਹਦੇ ਜਿਹੜੇ ਰਿਸੈਪਟਰਸ ਆ ਬਲੀਵ ਕੀਤੇ ਜਾਂਦੇ ਕਿ ACE2 ਰਿਸੈਪਟਰਸ ਆ, ਜਿਨ੍ਹਾਂ ਨਾਲ ਜਾ ਕੇ ਜੋੜਦੀ ਆ, ਜੁੜ ਕੇ ਤੇ ਅੰਦਰ ਜਾਂਦੀ ਆ, ਤੁਹਾਡੇ ਡੈਮੇਜ ਕਰਦੀ ਆ। ਉਹ ਜਿਹੜੇ ਰਿਸੈਪਟਰਸ ਲੰਗਸ ਵਿੱਚ ਵੀ ਪਾਏ ਜਾਂਦੇ ਆ ਤੇ ਹਾਰਟ ਉੱਪਰ ਵੀ ਪਾਏ ਜਾਂਦੇ ਆ। ਹੁਣ ਜਿਹੜੀ ਲੰਗਸ ਆ, ਉਹਨੂੰ ਉੱਤੇ ਵੀ ਜੇ ਅਟੈਕ ਹੋ ਜੇ ਤੇ ਜਿਹੜੀ ਤੁਹਾਡਾ ਆਕਸੀਜਨ ਲੈਵਲ ਆ ਸਰੀਰ ਦਾ, ਉਹ ਵੀ ਡ੍ਰੌਪ ਹੋ ਜਾਂਦਾ, ਕਿਉਂਕਿ ਆਕਸੀਜਨ ਤੇ ਸਾਰੀ ਬਾਹਰੋਂ ਆਪਾਂ ਆਪਣੀ ਇਨਵਾਇਰਨਮੈਂਟ ਚੋਂ ਖਿੱਚ ਕੇ ਤੇ ਅੰਦਰ ਆਪਣੇ ਖੂਨ ਤੱਕ ਪਹੁੰਚਾਉਂਦੇ ਆ। ਤੇ ਜਿਹੜਾ ਉਹ ਬੈਰੀਅਰ ਆ ਲੰਗਸ ਦਾ, ਉਹ ਖੂਨ ਦੇ ਨਾਲ ਤੇ ਜਿਹੜਾ ਹਵਾ ਦੇ ਨਾਲ ਆ, ਉਹਦੇ ਵਿੱਚ ਜਦੋਂ ਪਾਣੀ ਆ ਜਾਂਦਾ, ਜਦੋਂ ਨਮੂਨੀਆ ਜਿਹਨੂੰ ਕਹਿੰਦੇ ਉਹ ਹੋ ਜਾਂਦਾ, ਤੇ ਜਿਹੜੀ ਆਕਸੀਜਨ ਉਹ ਟਰੈਵਲ ਨਹੀਂ ਕਰ ਪਾਉਂਦੀ ਤੁਹਾਡੀ ਬਲੱਡ ਵੈਸਲਸ ਤੱਕ, ਤੇ ਜਿਹੜੀ ਤੁਹਾਡੀ ਆਕਸੀਜਨ ਦਾ ਲੈਵਲ ਆ ਸਰੀਰ 'ਚ ਉਹ ਬਹੁਤ ਡ੍ਰੌਪ ਕਰ ਜਾਂਦਾ। ਹੁਣ ਤੁਸੀਂ ਹੁਣ ਸੋਚੋ ਕਿ ਕੀ ਹੋ ਰਿਹਾ, ਤੁਹਾਡਾ ਹਾਰਟ ਜ਼ਿਆਦਾ ਕੰਮ ਕਰ ਰਿਹਾ, ਜਿਹੜਾ ਬਲੱਡ ਪ੍ਰੈਸ਼ਰ ਉਹ ਡ੍ਰੌਪ ਹੋ ਗਿਆ, ਜਿਹੜੀਆਂ ਔਰਗਨਸ ਆ ਉਹਨਾਂ ਨੂੰ ਖੂਨ ਨਹੀਂ ਜਾ ਰਿਹਾ, ਤੇ ਆਕਸੀਜਨ ਕਿੱਦਾਂ ਜਾਂਦੀ ਆ? ਖੂਨ ਰਾਹੀਂ। ਤੇ ਉਹਦੇ ਉੱਪਰੋਂ ਜਿਹੜਾ ਆਕਸੀਜਨ ਦਾ ਲੈਵਲ ਆ ਤੁਹਾਡੇ ਸਰੀਰ 'ਚ ਉਹ ਵੀ ਡ੍ਰੌਪ ਕਰ ਜਾਂਦਾ, ਕਿਉਂਕਿ ਜਿਹੜੇ ਲੰਗਸ ਵਿੱਚ ਤੁਹਾਡੇ ਚਲ ਗਿਆ ਵਾ ਪਾਣੀ, ਨਮੋਨੀਆ ਹੋ ਗਿਆ, ਤੇ ਉਹਦੇ ਕਰਕੇ ਜਿਹੜਾ ਅਸੀਂ ਕਹਿੰਦੇ ਆ ਆਕਸੀਜਨ ਸਪਲਾਈ ਡਿਮਾਂਡ ਦੀ ਜਿਹੜਾ ਮਿਸਮੈਚ ਹੋ ਜਾਂਦਾ, ਤੇ ਹਾਰਟ ਅਟੈਕ ਜਾਂ MI ਹੋਣ ਦੇ ਚਾਂਸਿਸ ਵੱਧ ਜਾਂਦੇ ਆ, ਹਾਰਟ ਅਟੈਕ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਸੋ ਜਿੱਦਾਂ ਕਿ ਹੁਣ ਇੱਕ ਥੋੜ੍ਹਾ ਜਿਹਾ ਥੋੜ੍ਹੇ ਜਿਹੇ ਟੈਕਨੀਕਲ ਜਾਂ ਥੋੜ੍ਹਾ ਜਿਹਾ ਮੈਂ ਈਜ਼ੀਅਰ ਟਰਮਸ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ। ਜਿਹੜਾ ਤੁਹਾਡਾ ਦਿਲ ਆ, ਦਿਲ ਸਾਰੇ ਸਰੀਰ ਨੂੰ ਖੂਨ ਦਿੰਦਾ, ਪਰ ਦਿਲ ਨੂੰ ਵੀ ਖੂਨ ਚਾਹੀਦਾ। ਦਿਲ ਦੇ ਉੱਪਰ ਵੀ ਹੀ ਆਰਟਰੀਜ਼ ਆ ਜਿਹੜੀਆਂ ਉਹਨੂੰ ਖੂਨ ਦਿੰਦੀਆਂ, ਠੀਕ ਹੈ ਨਾ। ਤੇ ਜਦੋਂ ਆਪਾਂ ਜੰਮਦੇ ਹਾਂ, ਆਪਣੀ ਆਰਟਰੀਜ਼ ਸਾਰੇ ਸਰੀਰ ਦੀਆਂ ਬਹੁਤ ਕਲੀਨ ਹੁੰਦੀਆਂ, ਵਧੀਆ ਹੁੰਦੀਆਂ, ਪਰ ਛੋਟੀ ਉਮਰ 'ਚ ਹੀ ਆਪਣੇ ਫੈਟ ਬਿਲਡਅਪ ਹੋਣੀ ਸ਼ੁਰੂ ਹੋ ਜਾਂਦੀ ਆ ਆਰਟਰੀਜ਼ ਦੇ ਵਿੱਚ। ਸੋ ਜਦੋਂ ਆਪਣੀ ਉਮਰ ਵਧੀ ਜਾਂਦੀ, ਜਦੋਂ ਆਪਣਾ ਮੋਟਾਪਾ ਹੋਈ ਜਾਂਦਾ, ਆਪਾਂ ਗਲਤ ਖਾਂਦੇ ਹਾਂ, ਸਟ੍ਰੈਸ ਲੈਂਦੇ ਹਾਂ, ਆਪਾਂ ਨੂੰ ਇਨਫੈਕਸ਼ਨਸ ਹੁੰਦੀਆਂ ਵਾ, ਉਹ ਸਾਰੀਆਂ ਉਹ ਜਿਹੜੀ ਆਰਟਰੀਜ਼ ਨੂੰ ਜਿਹੜੀ ਉਹ ਪਲੈਗ ਆ, ਜਿਹਨੂੰ ਐਥਰੋਸਕਲੋਸਿਸ ਕਹਿੰਦੇ ਆ, ਉਹਨੂੰ ਵਧਾਉਂਦੀਆਂ। ਤੇ ਜਦੋਂ ਵੀ ਕੋਈ ਇਨਫੈਕਸ਼ਨ ਹੁੰਦੀ ਸਰੀਰ ਵਿੱਚ, ਜਿਹੜੀ ਉਹ ਪਲੈਕ ਆ, ਜਿਹੜੀ ਉਹ ਫੈਟ ਬਿਲਡਅਪ ਹੁੰਦਾ ਤੁਹਾਡੀਆਂ ਆਰਟਰੀਜ਼ ਵਿੱਚ, ਉਹ ਥੋੜ੍ਹਾ ਜਿਹਾ ਕਹਿ ਲਓ ਕਿ ਛਿੜ ਜਾਂਦਾ, ਉਹਨੂੰ ਰਪਚਰ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਤੇ ਜਦੋਂ ਉਹ ਰਪਚਰ ਹੁੰਦੀ ਆ, ਉਹ ਟੋਟਲੀ ਤੁਹਾਡੀ ਆਰਟਰੀ ਨੂੰ ਬਲੌਕ ਕਰ ਸਕਦੀ ਹੁੰਦੀ ਆ। ਸੋ ਇਹੋ ਹੀ ਜਦੋਂ ਟੋਟਲੀ ਆਰਟਰੀ ਬਲੌਕ ਹੋ ਗਈ ਕੋਈ ਵੀ ਹਾਰਟ ਦੀ, ਉਹਨੂੰ ਅਸੀਂ ਹਾਰਟ ਅਟੈਕ ਕਹਿੰਦੇ ਆ। ਸੋ ਜਦੋਂ ਵੀ ਕੋਈ ਇਨਫੈਕਸ਼ਨ ਤੁਹਾਡੇ ਸਰੀਰ 'ਚ ਹੁੰਦੀ ਆ, ਭਾਵੇਂ ਉਹ ਕਰੋਨਾ ਵਾਇਰਸ ਆ, ਭਾਵੇਂ ਉਹ ਕੋਈ ਵੀ ਨਮੋਨੀਆ ਵਾ, ਉਦੋਂ ਇੱਕ ਤੁਸੀਂ ਹਾਇਰ ਰਿਸਕ ਤੇ ਹੋ ਜਾਂਦੇ ਜੋ ਹਾਰਟ ਅਟੈਕ ਤੇ। ਹਾਰਟ ਅਟੈਕ ਕਿਉਂ? ਕਿਉਂਕਿ ਤੁਹਾਡੀ ਜਿਹੜੀ ਆਰਟਰੀ ਉਹ ਬਲੌਕ ਹੋ ਗਈ ਆ। ਨੰਬਰ 1 ਇਹ ਚੀਜ਼ ਆ ਕਿ ਤੁਸੀਂ ਹਾਰਟ ਅਟੈਕ ਕਿਉਂ ਜ਼ਿਆਦਾ ਵੇਖਦੇ ਜਦੋਂ ਪੇਸ਼ੈਂਟ ਨੂੰ ਇਨਫੈਕਸ਼ਨ ਹੁੰਦੀ, ਕੋਈ ਵੀ ਇਨਫੈਕਸ਼ਨ, ਨਾ ਜਸਟ ਕਰੋਨਾ ਵਾਇਰਸ, ਨਾ ਕਰੋਨਾ ਵਾਇਰਸ ਇਨ ਪਰਟੀਕੂਲਰ ਕਿਉਂ ਜ਼ਿਆਦਾ ਇਹ ਚੀਜ਼ ਦੀ ਪ੍ਰੋਬਲਮੈਟਿਕ? ਪਹਿਲੀ ਗੱਲ ਤਾਂ ਕਿਉਂਕਿ ਤੁਹਾਡੀ ਆਕਸੀਜਨ ਲੈਵਲ ਲੋ ਕਰਦੀ ਹੈ, ਕਿਉਂਕਿ ਲੰਗਸ ਨੂੰ ਅਟੈਕ ਕਰਦੀ ਆ। ਦੂਜੀ ਗੱਲ, ਉਹਦੇ ਆਪ ਦੇ ਰਿਸੈਪਟਰਸ ਆ ਜਿਹੜੇ ਹਾਰਟ ਤੇ ਜਾ ਕੇ ਅਟੈਕ ਕਰਦੇ ਆ, ਜਿਹਨੂੰ ਮਾਇਓਕਾਰਡਾਈਟਸ ਵੀ ਕਾਜ਼ ਕਰ ਸਕਦੀ ਆ ਡਾਇਰੈਕਟਲੀ। ਨਾ ਤੀਜੀ ਗੱਲ, ਜਿਹੜੀ ਵੱਡੀ ਗੱਲ ਆ, ਜਿਹੜੀ ਸਾਨੂੰ ਮੈਂ ਆਪਣੇ ਜਿਹੜੇ ਪੇਸ਼ੈਂਟਸ ਹਾਰਟ ਦੇ ਮਰੀਜ਼ ਆ, ਜਾਂ ਜਿਹੜੇ ਪੇਸ਼ੈਂਟਸ ਦੇ ਪਰਿਵਾਰਾਂ ਵਿੱਚ ਕੋਈ ਐਸਾ ਵਾ ਜਿਹਨੂੰ ਸਟੈਂਟ ਪਾਇਆ ਹੋਇਆ ਵਾ, ਉਹਨਾਂ ਨੂੰ ਇਹ ਗੱਲ ਮੈਂ ਕਲੀਅਰ ਦੱਸਣਾ ਚਾਹੁੰਦਾ ਕਿ ਜਿਹੜੀਆਂ ਮੈਡੀਕੇਸ਼ਨਸ ਜਿਹੜੀਆਂ ਤੁਸੀਂ ਲੈ ਰਹੇ ਜੋ, ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ, ਖਾਸ ਕਰਕੇ ਹਾਈਡਰੋਕਸੀ ਕਲੋਰੋਕੁਇਨ, ਹੁਣ ਤੁਹਾਡਾ ਹਾਰਟ ਜਿਹੜਾ ਬੜਾ ਪਰਫੈਕਟਲੀ ਬੀਟ ਕਰਦਾ, ਲਬ ਡਬ, ਮਤਲਬ ਕਿ
ਪਹਿਲਾਂ ਉੱਪਰਲਾ ਪਾਰਟ ਫਿਰ ਥਰਡਾ ਪਾਰਟ, ਉੱਪਰਲਾ ਪਾਰਟ ਥਰਡਾ ਪਾਰਟ, ਐਂਡ ਉਹਦੀ ਇੱਕ EKG ਜਿਹੜੀ ਆਪਾਂ ਵੇਖਦੇ ਲਾਈਨਾਂ ਬਹੁਤ ਇੱਕ ਪਰਫੈਕਟਲੀ ਸੋਹਣੇ ਆਰਗੇਨਾਈਜ਼ਡ ਵੇ ਦੇ ਵਿੱਚ ਉਹ ਚੱਲਦੀ ਆ। ਹੁਣ ਜਦੋਂ ਆਪਾਂ ਇਹ ਡਰੱਗਸ ਲੈਂਦੇ ਜਿੱਦਾਂ ਹਾਈਡਰੋਕਸੀ ਕਲੋਰੋਕੁਇਨ ਆ, ਉਹ ਤੁਹਾਡਾ ਜਿਹੜਾ ਰਿਦਮ ਆ ਉਹਨੂੰ ਅਬਨੋਰਮਲ ਕਰ ਸਕਦੀ ਆ, ਤੇ ਜਦੋਂ ਉਹ ਰਿਦਮ ਨੂੰ ਅਬਨੋਰਮਲ ਕਰਤਾ ਤੁਹਾਡਾ ਹਾਰਟ ਜਿਹੜਾ ਉੱਪਰੋਂ ਥੱਲੇ ਚੱਲਦਾ ਸੀ ਉਹ ਕਈ ਵਾਰੀ ਇੱਦਾਂ ਚੱਲਣਾ ਪੈਂਦਾ, ਕੋਈ ਉੱਪਰ ਕੋਈ ਥੱਲੇ, ਉਹ ਕੋਈ ਉਹਦਾ ਰਿਦਮ ਨਹੀਂ ਰਹਿੰਦਾ। ਤੇ ਜਦੋਂ ਰਿਦਮ ਨਹੀਂ ਰਹਿੰਦਾ ਇਹਨੂੰ ਅਸੀਂ ਆਉਂਦੇ ਹਾਂ ਕਾਰਡੀਅਕ ਅਰੈਸਟ, ਤੇ ਹਾਰਟ ਜਿਹੜਾ ਟੋਟਲ ਸ਼ਟਡਾਊਨ ਵਿੱਚ ਤੁਹਾਡਾ ਜਿਹੜਾ ਖੂਨ ਆ ਉਹ ਹਾਰਟ ਤੋਂ ਅੱਗੇ ਨਹੀਂ ਜਾਂਦਾ, ਕਿਉਂਕਿ ਉਹਦਾ ਜਿਹੜਾ ਉਹ ਪ੍ਰੋਪਰ ਫਿਲ ਨਹੀਂ ਕਰ ਰਿਹਾ ਖੂਨ ਦੇ ਨਾਲ, ਤੇ ਜਿਹੜਾ ਖੂਨ ਉੱਪਰ ਨਹੀਂ ਜਾਂਦਾ, ਸੋ ਬੰਦੇ ਦੇ ਬ੍ਰੇਨ ਨੂੰ ਖੂਨ ਨਹੀਂ ਜਾਂਦਾ, ਕਿਤੇ ਵੀ ਖੂਨ ਨਹੀਂ ਜਾਂਦਾ। ਸੋ ਦੈਟਸ ਵਾਈ ਜਿਹੜੇ ਆ ਡਰੱਗਸ ਆ ਹਾਈਡਰੋਕਸੀ ਕਲੋਰੋਕੁਇਨ ਆ, ਇਹੋ ਜਿਹੇ ਡਰੱਗਸ ਬਹੁਤ ਡੇਂਜਰਸ ਵੀ ਆ, ਇਸ ਲਈ ਅਸੀਂ ਹਸਪੀਟਲ ਵਿੱਚ ਹੀ ਇਹ ਡਰੱਗਸ ਦਿੰਦੇ ਆ, ਮੈਡੀਕੇਸ਼ਨਸ ਦਿੰਦੇ ਆ, ਕਿਉਂਕਿ ਇਹਨਾਂ ਦੇ ਕਾਫੀ ਡੇਂਜਰਸ ਸਾਈਡ ਇਫੈਕਟਸ ਆ, ਜਿਵੇਂ ਕਿ QT ਪ੍ਰੋਲੋਂਗੇਸ਼ਨ। ਨੰਬਰ ਹੋਰ ਵੱਡੀ ਗੱਲ ਇਹ ਕਿ ਜਿਹੜੇ ਅਸੀਂ ਰਿਸਰਚ ਡਰੱਗਸ ਯੂਜ਼ ਕਰ ਰਹੇ ਆ ਇਸ ਬਿਮਾਰੀ ਨੂੰ ਫਾਈਟ ਕਰਨ ਦੇ ਲਈ, ਇਸ ਲਈ ਤੇ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਮੈਸ ਪਬਲਿਕ ਵਿੱਚ, ਕਿਉਂਕਿ ਹਰ ਇੱਕ ਮੈਡੀਕੇਸ਼ਨ ਦੇ ਕੋਈ ਸਾਈਡ ਇਫੈਕਟ ਜਿਹੜੇ ਸਾਨੂੰ ਪਤਾ ਹੁੰਦੇ ਆ। ਹੁਣ ਜਿੱਦਾਂ ਲੋਪਨੇਵੀਰ ਆ ਜਾਂ ਰਾਈਟੋਨੇਵੀਰ ਆ, ਉਹ ਮੈਡੀਕੇਸ਼ਨਸ ਜਿਹੜੀਆਂ ਵਾ ਉਹ ਤੁਹਾਡੇ ਜਿਹੜੇ ਲੈਵਲਸ ਆ ਮੈਡੀਕੇਸ਼ਨ, ਜਿਹੜੇ ਸਟੈਂਟਸ ਜਿਹਨਾਂ ਨੂੰ ਪਏ ਹੁੰਦੇ ਆ ਉਹਨਾਂ ਨੂੰ ਓਪਨ ਕਰਨ ਲਈ ਜਿਹੜੇ ਇੱਕ ਤੁਸੀਂ ਮੈਡੀਕੇਸ਼ਨ ਲੈ ਰਹੇ ਹੋ ਜਾਂ ਪਲੈਵੈਕਸ ਲੈਂਦੇ ਜੋ, ਜਾਂ ਤੁਸੀਂ ਬ੍ਰਿਲਿੰਟਾ ਲੈ ਰਹੇ ਜੋ, ਟ੍ਰਿਗੁਲਾਰ ਬ੍ਰਿਲਿੰਟਾ ਮੈਡੀਕੇਸ਼ਨ ਲੈ ਰਹੇ ਜੋ, ਤੇ ਉਹਨਾਂ ਦੇ ਲੈਵਲਸ ਉੱਪਰ ਥੱਲੇ ਕਰ ਦਿੰਦੀ ਆ। ਹੁਣ ਜੇ ਉਹਨਾਂ ਦੇ ਲੈਵਲ ਉੱਪਰ ਥੱਲੇ ਹੁੰਦੇ ਆ ਤੇ ਤੁਹਾਡਾ ਸਟੈਂਟ ਕਲੋਜ਼ ਹੋ ਸਕਦਾ ਵਾ। ਇਸੇ ਲਈ ਇਹ ਜਿਹੜੀਆਂ ਮੈਡੀਕੇਸ਼ਨਸ ਆ ਇਹ ਬਸ ਹਸਪੀਟਲ ਵਿੱਚ ਹੀ ਦਿੱਤੀਆਂ ਜਾਂਦੀਆਂ ਵਾ। ਤੇ ਮੈਂ ਇੱਕ ਹੋਰ ਜਿਹੜੀ ਪ੍ਰੋਬਲਮ ਜਿਹੜੀ ਸਾਨੂੰ ਵੇਖਣ ਨੂੰ ਹੋ ਰਹੀ ਆ ਕਰੋਨਾ ਵਾਇਰਸ ਦੇ ਨਾਲ, ਉਹ ਇਹ ਆ ਕਿ ਕੋਈ ਵੀ ਇਨਫੈਕਸ਼ਨ ਜਦੋਂ ਹੁੰਦੀ ਆ ਤੇ ਨਾਲ ਕਰੋਨਾ ਵਾਇਰਸ ਕੋਈ ਅਲੱਗ ਨਹੀਂ, ਇਹਦਾ ਕੁਝ ਜ਼ਿਆਦਾ ਵੇਖਣਾ ਕਿ ਤੁਹਾਡੇ ਸਰੀਰ ਵਿੱਚ ਬਲੱਡ ਕਲੌਟ ਬਣਨ ਦੇ ਚਾਂਸਿਸ ਵੱਧ ਜਾਂਦੇ ਆ। ਸੋ ਮੈਂ ਜਿੰਨੇ ਵੀ ਵੀਰ ਨੇ ਭੈਣਾਂ ਨੇ ਜਿਨ੍ਹਾਂ ਨੂੰ ਪਿਛਲੇ 12 ਮਹੀਨਿਆਂ ਵਿੱਚ ਸਟੰਟ ਪਾਇਆ ਹੋਇਆ ਵਾ, ਉਹਨਾਂ ਨੂੰ ਮੈਂ ਕਲੀਅਰਲੀ ਕਹਾਂ ਕਿ ਪਲੀਜ਼ ਆਪਣੀ 2 ਐਂਟੀਪਲੇਟਲੇਟ ਮੈਡੀਕੇਸ਼ਨਸ, ਜਿੱਦਾਂ ਤੁਸੀਂ ਐਸਪਿਨ ਲੈ ਰਹੇ ਹੋਗੇ, ਨਾਲ ਤੁਸੀਂ ਬ੍ਰਿਲਿੰਟਾ ਤੇ ਜਾਂ ਤੁਸੀਂ ਪਲੈਵੈਕਸ ਕਲੋਪੀਡੋਗਰਾਲ ਜ਼ਰੂਰ ਲੈ ਰਹੇ ਹੋਗੇ, ਤੇ ਉਹ ਮੈਡੀਕੇਸ਼ਨਸ ਪਲੀਜ਼ ਬੰਦ ਨਾ ਕਰਿਓ, ਉਹ ਕੰਟੀਨਿਊ ਰੱਖੋ। ਨਾਲ ਤੁਸੀਂ ਆਪਣੇ ਜਿਹੜੀ ਸਟੈਟਨਸ ਲੈ ਰਹੇ ਜੋ ਉਹ ਵੀ ਜਾਰੀ ਰੱਖੋ। ਇੱਕ ਹੋਰ ਗੱਲ ਦੱਸ ਦਿੰਦਾ ਕਿ ਕਈ ਵਾਰੀ ਹੁਣ ਇਹਨਾਂ ਮੈਡੀਕੇਸ਼ਨਸ ਦੇ ਨਾਲ ਇੱਕ ਹੋਰ ਸਾਈਡ ਇਫੈਕਟ ਹੋ ਰਿਹਾ ਹੈ, ਉਹ ਆ ਤੁਹਾਡਾ ਜਿਹੜਾ ਬੈਟਾ ਬਲਾਕਰ, ਜੇ ਤੁਸੀਂ ਮਟੋਪਰੋਲੋਲ ਲੈ ਰਹੇ ਜੋ ਜਾਂ ਐਸੀ ਮੈਡੀਕੇਸ਼ਨ ਲੈ ਰਹੇ ਜੋ, ਉਹਨਾਂ ਦੇ ਵੀ ਲੈਵਲ ਜਿਹੜੇ ਆ ਇਹ ਮੈਡੀਕੇਸ਼ਨ ਖਾਸ ਕਰਕੇ ਕਲੋਰੋਕੁਇਨ ਦੇ ਨਾਲ ਇਹ ਮੈਡੀਕੇਸ਼ਨਸ ਦੇ ਲੈਵਲ ਵੱਧਦੇ ਨੇ। ਸੋ ਦੈਟਸ ਵਾਈ ਮੈਂ ਇਹ ਗੱਲ ਫਿਰ ਤੁਹਾਨੂੰ ਦੱਸ ਰਿਹਾ ਕਿ ਇਹ ਮੈਡੀਕੇਸ਼ਨਸ ਤੁਹਾਨੂੰ ਵਰੀ ਕਰਨ ਦੀ ਲੋੜ ਨਹੀਂ ਜਿਹੜੀਆਂ ਮੈਂ ਗੱਲਾਂ ਕਰ ਰਿਹਾ, ਕਿਉਂਕਿ ਮੋਸਟ ਲਾਈਕਲੀ ਤੁਸੀਂ ਹਸਪੀਟਲ ਵਿੱਚ ਹੀ ਤੁਹਾਨੂੰ ਇਹ ਮੈਡੀਕੇਸ਼ਨਸ ਮਿਲ ਰਹੀਆਂ ਤੇ ਤੁਹਾਡੇ ਡਾਕਟਰਸ ਨੇ ਉਹ ਆਬਵੀਅਸਲੀ ਇਹ ਗੱਲ ਦੇ ਅਵੇਅਰ ਹੋਣਗੇ ਤੇ ਉਹਨਾਂ ਨੇ ਇਹ ਚੀਜ਼ ਤੇ ਚੈੱਕ ਰੱਖਣਾ। ਬਾਕੀ ਮੈਂ ਠੀਕ ਆ, ਇਹ ਵਾਇਰਸ ਬਹੁਤ ਜ਼ਿਆਦਾ ਫੈਲ ਰਹੀ ਆ, ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਆ, ਪਰ ਮੈਂ ਫਿਰ ਜਿੱਦਾਂ ਪਿਛਲੇ ਐਪੀਸੋਡ ਵਿੱਚ ਕਿਹਾ ਸੀ ਕਿ ਆਪਾਂ ਪੋਜ਼ਿਟਿਵ ਰਹੀਏ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਕੋਈ ਵੀ ਅਜੇ ਮੈਡੀਕੇਸ਼ਨ ਨਹੀਂ ਆ, ਤੁਹਾਡਾ ਇਮਿਊਨ ਸਿਸਟਮ ਹੀ ਆ ਜਿਹਨੇ ਇਸ ਲੜਾਈ ਨੂੰ ਲੜਨਾ। ਸੋ ਚੜ੍ਹਦੀ ਕਲਾ ਵਿੱਚ ਰਹੋ। ਹੁਣ ਵੇਖੋ ਵਿਸਾਖ ਦਾ ਮਹੀਨਾ ਆ ਰਿਹਾ ਤੇ ਇਹ ਬਹੁਤ ਹੀ ਪਵਿੱਤਰ ਮਹੀਨਾ ਸਿੱਖਾਂ ਦੇ ਲਈ। ਉੱਧਰੋਂ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਵੀ ਆ ਰਿਹਾ। ਮੈਨੂੰ ਪਤਾ ਕਿ ਲੋਕਾਂ ਦੀਆਂ 2 ਬਿਲੀਵਸ ਨੇ, ਕੋਈ ਸਮਝਦੇ ਆ ਕਿ ਅਕਤੂਬਰ ਨਵੰਬਰ ਵਿੱਚ ਇਹ ਬਰਥਡੇ ਆ, ਬਟ ਜਿੱਥੇ ਤੱਕ ਮੈਂ ਆਪਣੀ ਬੁੱਕ ਰੀਡਿੰਗ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਅਪ੍ਰੈਲ ਵਿੱਚ ਹੀ ਬਾਬਾ ਜੀ ਦਾ ਬਰਥ ਹੋਇਆ ਸੀ। ਸੋ ਬਾਕੀ ਜੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੀ ਜਿਹੜੀ ਸੋਚ ਨੂੰ ਯਾਦ ਕਰਦੇ ਆ, ਤੇ ਅਸੀਂ ਇਹੋ ਹੀ ਚੀਜ਼ ਅੱਗੇ ਰੱਖਦੇ ਆ ਕਿ ਉਹਨਾਂ ਦੀ ਕੋਈ ਵੀ ਮੈਂ ਬੁੱਕ ਪੜ੍ਹਦਾ ਬਾਬਾ ਨਾਨਕ ਦੇ ਉੱਪਰ, ਤੇ ਮੈਨੂੰ ਨਾਨਕ ਸਾਹਿਬ ਦੀ ਆਰਤੀ ਅੱਗੇ ਆ ਜਾਂਦੀ ਆ ਕਿ ਉਹਨਾਂ ਦੀ ਰਚੀ ਹੋਈ ਆਰਤੀ ਕਿ ਕਿੱਦਾਂ ਦੀ ਜ਼ਿੰਦਗੀ ਉਹ ਜੀਂਦੇ ਸੀ, ਮਤਲਬ ਕਿ ਉਹਨਾਂ ਦੀ ਜਿਹੜੀ ਇਨਵਾਇਰਮੈਂਟ ਸੀ। ਪਹਿਲੀ ਗੱਲ ਤੇ ਉਹਨਾਂ ਦੇ ਆਲੇ ਦੁਆਲੇ ਬ੍ਰਾਹਮਣ, ਮਰਾਸੀ, ਜੱਟ, ਹਿੰਦੂ, ਹਰ ਤਰ੍ਹਾਂ ਦੇ ਹਰ ਫਕੀਰ ਪੀਰ ਸਾਰੇ ਆਲੇ ਦੁਆਲੇ ਸੀ, ਉਹਨਾਂ ਕਰਕੇ ਉਹਨਾਂ ਦੀ ਸੋਚ ਬਣੀ। ਫਿਰ ਜਿਹੜੀ ਉਹ ਇਨਵਾਇਰਮੈਂਟ ਦੀ ਗੱਲ ਕਰਦੇ ਸੀ, ਉਹ ਆਰਤੀ ਕਿ ਉਹ ਤਾਰੇ, ਉਹ ਚੰਦਰਮਾ, ਉਹ ਦਰਖਤ, ਤੇ ਮੈਂ ਸੋਚਦਾ ਕਿ ਅਸੀਂ ਕਿੰਨਾ ਖਿਲਵਾੜ ਕੀਤਾ ਆਪਣੀ ਇਨਵਾਇਰਮੈਂਟ ਨਾਲ। ਅਸੀਂ ਸੋਚਦੇ ਹਾਂ ਕਿ ਅਸੀਂ ਬੜੇ ਮਾਡਰਨ ਹੋ ਗਏ ਹਾਂ, ਵੱਡੀਆਂ ਵੱਡੀਆਂ ਮਸ਼ੀਨਾਂ, ਕਾਰਾਂ, ਵੀਡੀਓ ਗੇਮਾਂ,
ਪਰ ਜਿਹੜਾ ਅਸਲੀਅਤ ਵਿੱਚ ਜਿਹੜਾ ਰੱਬ ਦੀ ਆਰਤੀ ਜਿਹੜੀ ਇੱਕ ਉਹ ਆਪਾਂ ਗਵਾ ਲਈ ਆ। ਠੀਕ ਹੈ, ਆਪਾਂ ਆਪਣੇ ਦਰਖਤ ਵੱਢਤੇ। ਲੋਕ ਕਈ ਐਸੇ ਜਿਹੜੇ ਆਪਣੇ ਘਰਾਂ 'ਚੋਂ ਫਰੂਟਸ ਦੇ ਦਰਖਤ ਵੱਢ ਦਿੰਦੇ ਆ ਕਿ ਕੋਈ ਬੇਗਾਨਾ ਨਾ ਆ ਕੇ ਫਰੂਟ ਖਾ ਲੇ। ਅਤੇ ਮੈਂ ਇਸ ਟਾਈਮ 'ਤੇ ਲੋਕਾਂ ਨੂੰ ਇਹੋ ਹੀ ਗੱਲ ਯਾਦ ਕਰਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜੇ ਆਪਾਂ ਆਪਣੇ ਗੁਰੂਆਂ ਨਾਲ ਜੁੜਨਾ, ਜੇ ਆਪਾਂ ਬਾਬਾ ਨਾਨਕ ਨਾਲ ਜੁੜਨਾ, ਉਹਨਾਂ ਦੀ ਸੋਚ ਵੱਲ ਜੁੜਨਾ, ਅਤੇ ਆਪਾਂ ਥੋੜ੍ਹਾ ਜਿਹਾ ਯਾਦ ਕਰੀਏ ਕਿ ਉਹ ਕੈਸੀ ਇਨਵਾਇਰਮੈਂਟ ਵਿੱਚ ਰਹਿੰਦੇ ਸੀ। ਕਿਉਂਕਿ ਮੈਂ ਜਦੋਂ ਉਹਨਾਂ ਦੀ ਬੁੱਕ ਪੜ੍ਹਦਾ ਅਤੇ ਮੈਨੂੰ ਉਹ ਤੁਸੀਂ ਉਹ ਬੁੱਕ ਵਿੱਚ ਚਲ ਜਾਂਦੇ ਜੋ, ਉਸ ਟਾਈਮ ਦੇ ਉੱਪਰ ਚਲ ਜਾਂਦੇ, ਤੁਸੀਂ ਫਿਰ ਸੋਚਦੇ ਯਾਰ ਕਿੰਨੀ ਸੋਹਣੀ ਇਨਵਾਇਰਮੈਂਟ ਸੀ ਉਸ ਟਾਈਮ 'ਤੇ। ਸੋ ਮੈਂ ਬਹੁਤ ਲੱਕੀ ਹਾਂ ਆਪ ਕਿ ਮੈਨੂੰ ਜਦੋਂ ਮੈਂ ਇਸ ਵਾਰੀ ਇੰਡੀਆ ਆਇਆ ਤਾਂ ਮੈਨੂੰ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਬੁਲਾਇਆ, ਅਤੇ ਖਾਸ ਉੱਥੇ ਦਰਬਾਰ ਸਾਹਿਬ ਪਰਿਕਰਮਾ ਵਿੱਚ ਦਰਖਤ ਲਾਉਣ ਦਾ ਮੌਕਾ ਦਿੱਤਾ ਬਾਬਾ ਜੀ ਨੇ। ਅਤੇ ਉਹ ਆਪ ਵੀ ਬਹੁਤ ਹੀ ਚੰਗੇ ਕੰਮ ਕਰ ਰਹੇ ਨੇ। ਪਤਾ ਨਹੀਂ ਕਿੰਨੇ ਲੱਖਾਂ ਦਰਖਤ ਉਹਨਾਂ ਨੇ ਲਾਤੇ, ਅਤੇ ਜਿੱਥੇ ਜਾ ਕੇ ਉਹਨਾਂ ਦੇ ਉੱਥੋਂ ਲੋਕ ਪਾਣੀ ਵੀ ਆਪ ਪਹੁੰਚਾਉਂਦੇ ਨੇ, ਉਹ ਦਰਖਤਾਂ ਦੀ ਗਰੋਥ ਦਾ ਵੀ ਆਪ ਖਿਆਲ ਰੱਖਦੇ ਨੇ। ਇੱਦਾਂ ਹੀ ਇੱਕ ਅਮਰੀਕਾ ਵਿੱਚ ਸੰਸਥਾ, ਜਾਂ ਹੁਣ ਤਾਂ ਸਾਰੀ ਦੁਨੀਆ ਵਿੱਚ ਹੀ ਆ, ਡਾਕਟਰ ਰਾਜਵੰਤ, ਜਿਹੜੇ ਕਿ ਉਹਨਾਂ ਦੀ ਇਕੋ ਸਿੱਖ, ਉਹਨਾਂ ਨੇ ਆਲਮੋਸਟ 145 ਫੋਰੈਸਟ ਲਗਾ ਦਿੱਤੇ ਨੇ ਸਾਰੇ ਇੰਡੀਆ ਵਿੱਚ। ਆਲਮੋਸਟ 550 ਕਿਸਮਾਂ ਦੇ ਬੂਟੇ ਲਾ ਕੇ, ਆਈ ਥਿੰਕ ਓਵਰ 20 ਦੇਸ਼ਾਂ ਤੋਂ ਵੱਧ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਦਰਖਤ ਲਾਏ ਸੀ। ਸੋ ਬਹੁਤ ਹੀ ਚੰਗਾ ਕੰਮ ਕਰ ਰਹੇ ਆ। ਅਤੇ ਮੈਂ ਸਾਰਿਆਂ ਨੂੰ ਇਹੋ ਹੀ ਗੱਲ ਫੇਰ ਕਹੂੰਗਾ ਕਿ ਇਸ ਟਾਈਮ 'ਤੇ ਆਪਾਂ ਨੂੰ ਲੋੜ ਆ ਗੁਰੂ ਸਾਹਿਬ ਨਾਲ ਜੁੜਨ ਦੀ, ਆਪਾਂ ਨੂੰ ਲੋੜ ਆ ਆਪਣੀ ਇਨਵਾਇਰਮੈਂਟ ਨਾਲ ਜੁੜਨ ਦੀ। ਸੋ ਪਲੀਜ਼ ਵੱਧ ਤੋਂ ਵੱਧ ਦਰਖਤ ਲਾਉਣ ਦੀ ਕੋਸ਼ਿਸ਼ ਕਰੋ ਆਪਣੇ ਪਰਿਵਾਰ ਨਾਲ। ਮੈਂ ਮੇਰਾ ਇਹੋ ਹੀ ਮੈਸੇਜ ਆ ਕਿ ਆਪਣੇ ਫੈਮਿਲੀ ਨਾਲ ਟਾਈਮ ਸਪੈਂਡ ਕਰੋ, ਅਤੇ ਆਪਣੇ ਗਾਰਡਨ ਵਿੱਚ ਜਾਣ ਦੀ ਕੋਸ਼ਿਸ਼ ਕਰੋ, ਅਤੇ ਆਪਣੀ ਲਾਈਫ ਵਿੱਚ ਰਿਸਾਈਕਲਿੰਗ, ਇਹ ਚੀਜ਼ਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕਰੋ। ਸੋ ਜਿਹੜੇ ਦੇਖੋ ਕਿ ਕਿੱਦਾਂ ਤੁਸੀਂ ਆਪਾਂ ਆਪਣੀ ਇਨਵਾਇਰਮੈਂਟ ਨੂੰ ਕਲੀਨ ਕਰ ਸਕੀਏ, ਕਿ ਆਪਾਂ ਆਪਣੇ ਉਹੀ ਜਿਹੜੀ ਰਚੀ ਹੋਈ ਇਨਵਾਇਰਮੈਂਟ ਜਾਂ ਰਚੀ ਹੋਈ ਆਰਤੀ, ਉਹੀ ਆਪਾਂ ਆਪਣੀ ਲਾਈਫ ਵਿੱਚ ਵੇਖ ਸਕੀਏ। ਸੋ ਇਹ ਜੇ ਕਰੋਨਾ ਵਾਇਰਸ ਅੱਜ ਆਈ ਆ, ਉਹ ਇਸੇ ਲਈ ਆਈ ਆ ਕਿ ਲੋਕਾਂ ਨੇ ਆਪਣੀ ਇਨਵਾਇਰਮੈਂਟ ਨਾਲ ਖਿਲਵਾੜ ਕੀਤਾ। ਉਹਨਾਂ ਨੇ ਆਪਣੇ ਦਰਖਤ ਵੱਢੇ, ਇਨਵਾਇਰਮੈਂਟ ਜਿਹੜੀ ਹੁਣ ਆਪਾਂ ਨੂੰ ਤਾਂ ਕਈ ਵਾਰੀ ਤਾਰੇ ਵੀ ਨਹੀਂ ਦਿਖਦੇ, ਇੰਨਾ ਜ਼ਿਆਦਾ ਪੋਲੂਸ਼ਨ ਹੋ ਗਿਆ। ਸੋ ਠੀਕ ਹੈ, ਆਪਾਂ ਲੜ ਰਹੇ ਹਾਂ, ਪਰ ਇਹ ਨਾ ਸੋਚੋ ਕਿ ਇਹ ਫਸਟ ਐਂਡ ਲਾਸਟ ਵਾਇਰਸ ਆ। ਇਹ ਹੁਣ ਇੱਕ ਵੇ ਆਫ ਲਿਵਿੰਗ ਆਪਣਾ ਹੋ ਜਾਣਾ। ਜਿੱਦਾਂ ਇਹ ਵਾਇਰਸ ਆਈ ਆ, ਇਹਦੇ ਬੇਸ਼ੱਕ ਜੇ ਆਪਾਂ ਨਾ ਸਿੱਖਿਆ ਇਹ ਚੀਜ਼ ਤੋਂ, ਅਤੇ ਇਹੋ ਜਿਹੀਆਂ ਵਾਇਰਸਾਂ ਆਉਂਦੀਆਂ ਹੀ ਰਹਿਣੀਆਂ। ਸੋ ਪਲੀਜ਼ ਮੇਰੀ ਸਾਰੇ ਹੀ ਵਿਊਅਰਸ ਨੂੰ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਆਪਣੀ ਇਨਵਾਇਰਮੈਂਟ ਨਾਲ ਜੁੜੋ, ਇਨਵਾਇਰਮੈਂਟ ਨੂੰ ਪਿਆਰ ਕਰੋ, ਰਿਸਾਈਕਲ ਕਰੋ, ਅਤੇ ਜੇ ਹੋ ਸਕੇ ਚੰਗੀਆਂ ਸੰਸਥਾਵਾਂ ਨਾਲ ਜੁੜ ਕੇ ਆਪਣੇ ਪਿੰਡਾਂ 'ਚ ਦਰਖਤ ਲਾਓ। ਆਪਣੇ ਘਰ ਅਮਰੀਕਾ, ਕੈਨੇਡਾ, ਉੱਥੇ ਅੱਗੇ ਤੁਸੀਂ ਬੜੇ ਚੰਗੇ ਕੰਮ ਕਰ ਰਹੇ ਹੋ, ਇੱਕ ਆ ਵੀ ਕੰਮ ਕਰਨ ਦੀ ਕੋਸ਼ਿਸ਼ ਕਰੋ। ਬਾਕੀ ਕਾਫੀ ਡਿਸਕਸ਼ਨ ਪੁਆਇੰਟਸ ਹੋ ਗਏ ਨੇ, ਟਾਈਮ ਸਾਡਾ ਖਤਮ ਹੋ ਰਿਹਾ ਹੈ। ਮਿਲਾਂਗੇ ਇੱਦਾਂ ਹੀ ਨੈਕਸਟ ਵੀਕ ਇੱਕ ਨਵੇਂ ਸ਼ੋਅ 'ਤੇ ਨਵੇਂ ਇਸ਼ੂਜ਼ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਪੀ ਵਿਸਾਖੀ ਟੂ ਆਲ।